ਤਾਰਦੇ ਨੇ ਸਾਧੂ ਪਾਰੇ ਉਪਕਾਰੀ, 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 ਤਾਰਦੇ ਨੇ ਸਾਧੂ ਪਰ ਉਪਕਾਰੀ, ਤਾਰਦੇ ਨੇ ਸਾਧੂ ਪਾਰੇ 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 ਉਪਕਾਰੀ, ਤਾਰਦੇ ਨੇ ਸਾਧੂ ਪਰ ਉਪਕਾਰੀ, ਤਾਰਦੇ ਨੇ ਸਾਧੂ ਪਾਰੇ ਉਪਕਾਰੀ, ਪਾਰੇ ਉਪਕਾਰੀ ਸਾਧੂ ਪਾਰੇ ਉਪਕਾਰੀ, ਪਾਰੇ ਉਪਕਾਰੀ, ਪਾਰੇ ਉਪਕਾਰੀ, ਪਾਰੇ ਉਪਕਾਰੀ, ਪਾਰੇ ਉਪਕਾਰੀ, ਪਾਰੇ ਉਪਕਾਰੀ ਸਾਧੂ ਪਾਰੇ ਉਪਕਾਰੀ, ਪਾਰੇ ਉਪਕਾਰੀ ਸਾਧੂ ਪਾਰੇ ਉਪਕਾਰੀ, ਪਾਰੇ ਉਪਕਾਰੀ ਸਾਧੂ ਪਾਰੇ ਉਪਕਾਰੀ, ਤਾਰਦੇ ਨੇ 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 ਸਾਧੂ ਪਰ ਉਪਕਾਰੀ, ਤਾਰਦੇ ਨੇ ਸਾਧੂ ਪਾਰੇ ਉਪਕਾਰੀ, ਗਰੀਬ ਸੰਤ ਬੜੇ ਪਰਮਾਰਥੀ, ਸੀਤਲ ਜਨ ਕੇ ਅੰਗ, ਤਬ ਤਬ ਜਾਵੇ और की, दे दे अपना रंग, कबीर सेवा को दोए भले, कबीर सेवा को दोए भले, एक संत एक राम, राम जो दाता मुक्त को, संत जपावे नाम, ओ साधु दुनिया नू तारी जांदे ने, वाहिगुरु किणका किणका दे के नाम दा, दुनिया नू तारी जांदे ने, किणका किणका दे के नाम दा, साधु दुनिया नू तारी जांदे ने, किणका किणका दे के नाम दा, साधु दुनिया नू तारी जांदे ने, किणका किणका दे के नाम दा, साधु दुनिया नू किणका किणका दे के नाम,
ਜੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਪਿਆਰੇ ਜੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਪਿਆਰੇ ਜੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਪਿਆਰੇ ਜੀ ਸਾਰੇ ਕਿਣਕਾ ਕਿਣਕਾ ਦੇ ਕੇ ਨਾਮ ਦਾ ਪਿਆਰਿਓ ਕਿਣਕਾ ਕਿਣਕਾ ਦੇ ਕੇ ਨਾਮ ਦਾ ਪਿਆਰੇ ਜੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਪਿਆਰਿਓ ਕਿਣਕਾ ਕਿਣਕਾ ਦੇ ਕੇ ਨਾਮ ਦਾ ਵਾ 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 ਕਿਣਕਾ ਕਿਣਕਾ ਦੇ ਕੇ ਨਾਮ ਦਾ ਪਿਆਰਿਓ ਕਿਣਕਾ ਕਿਣਕਾ ਦੇ ਕੇ ਨਾਮ ਦਾ ਵਾ 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 ਕਿਣਕਾ ਕਿਣਕਾ ਦੇ ਕੇ ਨਾਮ ਦਾ ਵਾ 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 ਕਿਣਕਾ ਕਿਣਕਾ ਦੇ ਕੇ ਨਾਮ ਦਾ ਵਾ 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 ਕਿਣਕਾ ਕਿਣਕਾ ਦੇ ਕੇ ਨਾਮ ਦਾ ਵਾ 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 ਕਿਣਕਾ ਕਿਣਕਾ ਦੇ ਕੇ ਨਾਮ ਦਾ ਸਾਧੂ ਦੁਨੀਆ ਨੂੰ ਤਾਰੀ ਜਾਂਦੇ ਨੇ ਕਿਣਕਾ ਕਿਣਕਾ ਦੇ ਕੇ ਨਾਮ ਦਾ ਸਾਧੂ ਦੁਨੀਆ ਨੂੰ ਤਾਰੀ ਜਾਂਦੇ ਨੇ ਕਿਣਕਾ ਕਿਣਕਾ ਦੇ ਕੇ ਨਾਮ ਦਾ ਸਾਧੂ ਦੁਨੀਆ ਨੂੰ ਤਾਰੀ ਜਾਂਦੇ ਨੇ ਜੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਸਾਧੂ ਦੁਨੀਆ ਨੂੰ ਤਾਰੀ ਜਾਂਦੇ ਨੇ ਜੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਕਿਨਹੀ ਬਣ ਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੰਭਾਰੀ ਸੰਤੋ ਬਣ ਗਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਧੰਨ ਧੰਨ ਜਗਤ ਗੁਰੂ ਬਾਬਾ ਗਰੀਬਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਸੰਤ ਮੰਡਲ ਮੰਗਲਮਈ ਮੂਰਤੀ ਮਾਤਾ ਬੁਦੇਵੀਓ ਪ੍ਰੇਮੀ ਸੱਜਣੋ ਆਪ ਸਭ ਸੰਗਤਾਂ ਬੜੇ ਹੀ ਉੱਤਮ ਕਰਮਾਂ ਵਾਲੇ ਹੋ ਜੋ ਕਿ ਕਈ ਦਿਨਾਂ ਤੋਂ ਲੈ ਕੇ ਸਤਿਪੁਰਖਾਂ ਦੀ ਯਾਦ ਦੇ ਵਿੱਚ ਧੰਨ ਧੰਨ ਬਾਬਾ ਪੂਰਨ ਦਾਸ ਜੀ ਮਹਾਰਾਜ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੇ ਨਾਲ ਜੁੜੇ ਹੋ ਜਿੱਥੇ ਸਤਿਗੁਰਾਂ ਦੀ ਬਾਣੀ ਦੇ ਨਾਲ ਜੁੜੇ ਹੋ ਉੱਥੇ ਨਾਲ ਦੀ ਨਾਲ ਕਲਯੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ। ਆਪ ਸਭ ਸੰਗਤਾਂ ਉੱਥੇ ਹਰੀ ਜਸ ਦੇ ਨਾਲ ਕੀਰਤਨ ਦੇ ਨਾਲ ਜੁੜੇ ਹੋ 4 ਦਿਨਾਂ ਤੋਂ ਲੈ ਕੇ ਮਹਾਂਪੁਰਖਾਂ ਦੇ ਅਨੁਭਵੀ ਮਿੱਠੇ ਵਚਨ ਸਰਵਣ ਕਰੇ ਹਨ। ਜਿਸ ਤਰ੍ਹਾਂ ਪਿਛਲੇ 3 ਰੋਜ਼ ਅੱਜ ਵੀ ਮਹਾਂਪੁਰਖਾਂ ਦੇ ਕੋਲੋਂ ਬਾਬਾ ਅਮਰੀਕ ਸਿੰਘ ਜੀ ਮਹਾਰਾਜ ਅਤੇ ਨਾਲ ਦੇ ਨਾਲ ਬਾਬਾ ਸ਼ਮਸ਼ੇਰ ਸਿੰਘ ਜੀ ਅਲੀ ਮਾਜਰੇ ਵਾਲੇ ਉਹਨਾਂ ਨੇ ਆਪ ਸਭ ਸੰਗਤਾਂ ਨੂੰ ਸਾਧੂਆਂ ਦੀ ਮਹਿਮਾ ਸਾਧੂਆਂ ਦੇ ਗੁਣ ਗਾਇਨ ਕਰਕੇ ਵੀ ਸਾਧੂਆਂ ਦੇ ਵਿੱਚ ਕਿੱਡੀ ਤਾਕਤ ਹੁੰਦੀ ਹੈ। ਸਾਧੂ ਕੁਝ ਵੀ ਕਰ ਸਕਦੇ ਨੇ ਕਿਉਂਕਿ ਸੰਤ ਸਾਈਂ ਕੇ ਲਾਡਲੇ ਸੰਤ ਸਾਈਂ ਕੇ ਪੂਤ ਕਹਿੰਦੇ ਜਿਹੜੇ ਸਾਧੂ ਨੇ ਉਹ ਪਰਮੇਸ਼ਰ ਦੇ ਲਾਡਲੇ ਨੇ। ਜਿਵੇਂ ਤੁਹਾਡਾ ਬੱਚਾ ਲਾਡਲਾ ਹੁੰਦਾ ਨਾ ਘਰ ਦੇ ਵਿੱਚ, ਉਹ ਕੁਝ ਵੀ ਕਰੀ ਜਾਵੇ ਮਾਂ ਪਿਓ ਉਹਦੀ ਹਰ ਗੱਲ ਨੂੰ ਪੂਰੀ ਕਰਦਾ ਹੈ।
ਮਾਂ ਪਿਓ ਆਪਣੇ ਬੱਚੇ ਵਾਸਤੇ ਸਭ ਕੁਝ ਕਰਦਾ। ਇਸੇ ਤਰ੍ਹਾਂ ਜਿਹੜੇ ਸਾਧੂ ਜਨ ਨੇ, ਰੱਬ ਦੇ ਪਿਆਰੇ ਨੇ, ਇਹ ਪਰਮੇਸ਼ਰ ਦੇ ਲਾਡਲੇ ਨੇ। ਸੰਤ ਸਾਈਂ ਕੇ ਲਾਡਲੇ, ਸੰਤ ਸਾਈਂ ਕੇ ਪੂਤ। ਕਹਿੰਦੇ ਪੁੱਤਰ ਨੇ ਪਰਮਾਤਮਾ ਦੇ ਸਾਧੂ। ਸਾਧੂਆਂ ਨੂੰ ਪਰਮੇਸ਼ਰ ਆਪ ਭੇਜਦਾ ਧਰਤੀ ਦੇ ਉੱਪਰ। ਸਾਧ ਪਠਾਏ ਆਪ ਹਰ। ਕਹਿੰਦੇ ਪਰਮੇਸ਼ਰ ਸਾਧੂਆਂ ਨੂੰ ਆਪ ਭੇਜਦਾ ਹੈ। ਪਰਮਾਤਮਾ ਦੇ ਪੁੱਤਰ ਨੇ ਸਾਧੂ। ਤਾਂ ਹੀ ਤਾਂ ਜੋ ਸਾਧੂ ਕਹਿੰਦੇ ਨੇ ਰੱਬ ਨੂੰ ਵੀ ਮੰਨਣਾ ਪੈ ਜਾਂਦਾ ਹੈ। ਜੋ ਵੀ ਕਹਿੰਦੇ ਨੇ, ਕਹਿੰਦੇ ਸਾਧੂਆਂ ਦੀ ਤਾਕਤ ਦਾ ਕਿਆ ਵਰਣਨ ਕਰੀਏ। ਕਹਿੰਦੇ ਮਹਾਂਪੁਰਖਾਂ ਨੇ ਤਾਂ ਯੁੱਗ ਬਦਲਤੇ ਯੁੱਗ। ਦੁਆਪਰ ਦੀ ਜਗ੍ਹਾ ਤ੍ਰੇਤਾ ਲਾਤਾ, ਤ੍ਰੇਤੇ ਦੀ ਜਗ੍ਹਾ ਦੁਆਪਰ ਲਾਤਾ। ਯੁੱਗ ਬਦਲਤੇ। ਇੱਕ ਇੱਕ ਚੂਲੀ ਦੇ ਨਾਲ ਸਮੁੰਦਰ ਪੀ ਗਏ। ਤੇ ਪਿਆਰਿਓ ਕਿਆ ਮਹਿਮਾ ਕਰੀਏ। ਇੱਕ ਨਹੀਂ ਜਿਹਬਾ ਏਕ ਕਵਣ ਗੁਣ ਕਹੀਏ, ਬੇਸਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿਨਹੀ ਲਹੀਏ। ਕਹਿੰਦੇ ਸਾਧੂਆਂ ਨੇ, ਕਿਉਂਕਿ ਜਿਹੜੀ ਧਰਤੀ ਹੈ ਨਾ ਸਾਰੀ, ਗਰੀਬਦਾਸ ਮਹਾਰਾਜ ਜੀ ਤਾਂ ਇੱਥੇ ਤੱਕ ਕਹਿੰਦੇ ਸੰਤੋਂ ਕਾਰਨ ਸਭ ਰਚਾ, ਸਕਲ ਜਿਮੀ ਅਸਮਾਨ, ਚੰਦ ਸੂਰ ਪਾਣੀ ਪਵਨ ਜਗ ਤੀਰਥ ਔਰ ਦਾਨ। ਕਹਿੰਦੇ ਸੰਤਾਂ ਦੇ ਕਾਰਨ ਇਹ ਸਾਰਾ ਕੁਝ ਰਚਿਆ ਪਰਮੇਸ਼ਰ ਨੇ। ਸੰਤੋਂ ਕਾਰਨ ਸਭ ਰਚਾ, ਸਕਲ ਜਿਮੀ ਅਸਮਾਨ। ਕਹਿੰਦੇ ਧਰਤੀ ਆਕਾਸ਼ ਸੰਤਾਂ ਕਰਕੇ ਰਚਿਆ। ਸੰਤੋਂ ਕਾਰਨ ਸਭ ਰਚਾ, ਸਕਲ ਜਿਮੀ ਅਸਮਾਨ, ਚੰਦ ਸੂਰ ਪਾਣੀ ਪਵਨ। ਕਹਿੰਦੇ ਚੰਦਰ ਸੂਰਜ ਪਾਣੀ ਪਵਨ, ਚੰਦ ਸੂਰ ਪਾਵਨੀ ਪਵਨ ਜਗ ਤੀਰਥ ਔਰ ਦਾਨ। ਜਿੰਨੇ ਵੀ ਜਗ ਤੀਰਥ ਸਾਰੇ ਸੰਤਾਂ ਕਾਰਨ ਪਰਮੇਸ਼ਰ ਨੇ ਰਚੇ ਨੇ। ਕਿਉਂਕਿ ਇਹਨਾਂ ਨੂੰ ਸਿੱਧ ਸਾਧੂਆਂ ਦੇ ਨਾਲ ਇਹ ਸਿੱਧ ਹੁੰਦੇ ਨੇ ਸਾਰੇ। ਇਸ ਕਰਕੇ ਪਿਆਰਿਓ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦਾ, ਸਗਲੀ ਧਰਤ ਕੀ ਧਰਤੀ ਸਾਧ ਕੀ, ਤਸਕਰ ਬੈਠੇ ਆਏ। ਵੀ ਜਿਹੜੀ ਇਹ ਧਰਤੀ ਹੈ ਇਹ ਤਾਂ ਸਾਧਾਂ ਦੀ ਹੈ ਸਾਰੀ। ਤਸਕਰ ਕਹਿੰਦੇ ਆ ਚੋਰ ਨੂੰ, ਕਹਿੰਦੇ ਚੋਰਾਂ ਨੇ ਕਬਜ਼ਾ ਕਰ ਲਿਆ। ਕਿਉਂਕਿ ਸੰਤ ਪਰਮੇਸ਼ਰ ਦੇ ਪੁੱਤਰ ਨੇ। ਉਹ ਪਰਮੇਸ਼ਰ ਨੇ ਸਾਧੂਆਂ ਦੇ ਕਾਰਨ ਹੀ ਇਹ ਸਾਰੀ ਸ੍ਰਿਸ਼ਟੀ ਰਚੀ। ਤੁਸੀਂ ਮਗਰ ਨੂੰ ਜਾਓ, ਤੁਸੀਂ ਪ੍ਰਾਤਨ ਕੋਈ ਗ੍ਰੰਥ ਨਹੀਂ ਪੜ੍ਹਦੇ, ਭਾਗਵਤ ਨਹੀਂ ਪੜ੍ਹਦੇ, ਸਿਵ ਪੁਰਾਣ ਨਹੀਂ ਪੜ੍ਹਦੇ। ਪ੍ਰਾਤਨ ਜੋ ਗ੍ਰੰਥ ਸੀ, ਕਦੇ ਉਹ ਧਿਆਨ ਦੇ ਕੇ ਦੇਖਿਓ ਕਿ ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਹੋਈ, ਸਪਤ ਰਿਸ਼ੀਆਂ ਦੇ ਕਾਰਨ ਇਹ ਧਰਤੀ ਦੀ ਰਚਨਾ ਹੋਈ। ਪਰ ਉਸ ਪਾਸੇ ਨੂੰ ਅਸੀਂ ਕਦੇ ਜਾਂਦੇ ਨਹੀਂ। ਅਸੀਂ ਤਾਂ ਇੱਥੇ ਹੀ ਬਸ ਥੋੜੇ ਜਿਹੇ ਦਾਇਰੇ ਦੇ ਵਿੱਚ ਖੜ ਕੇ ਖੂਹ ਦੇ ਡੱਡੂ ਵਾਂਗੂ। ਗਿਆਨ ਕੱਖ ਨਹੀਂ ਹੈ ਸਾਨੂੰ, ਕਿਉਂਕਿ ਨਾ ਤਾਂ ਕੋਈ ਗ੍ਰੰਥ ਦੇਖਿਆ, ਨਾ ਹੀ ਕਿਸੇ ਤਤਵੇਤੇ ਬੰਦਗੀ ਵਾਲੇ ਸਿਮਰਨ ਵਾਲੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਉਹਨਾਂ ਤੋਂ ਗਿਆਨ ਲਿਆ। ਸਿਰਫ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਸਿਰਫ ਇੰਨਾ ਹੀ ਯਾਦ ਰਹਿ ਗਿਆ। ਡੇਰੇ ਦੇ ਵਿੱਚ ਗਏ, ਖਾ ਲਿਆ, ਹੱਸ ਲੈ, ਖੇਡ ਲੈ, ਵਾਹ ਜੀ ਵਾਹ, ਬਹੁਤ ਸੋਹਣਾ ਭੋਜਨ ਛਕਿਆ, ਆਨੰਦ ਆ ਗਿਆ ਅੱਜ ਤਾਂ। ਪਰ ਕਦੇ ਗਏ ਸੀ ਡੇਰੇ ਦੇ ਵਿੱਚ, ਕਦੇ ਇਹ ਮਨ ਦੇ ਵਿੱਚ ਆਇਆ ਵੀ ਬੰਦਗੀ ਕਰਕੇ ਆਨੰਦ ਆ ਗਿਆ, ਜਾਪ ਕਰਕੇ ਆਨੰਦ ਆ ਗਿਆ। ਕਿ ਮੇਰੇ ਆਨੰਦ ਆਉਣ ਦਾ ਮਤਲਬ ਪਤਾ ਕੀ ਹੁੰਦਾ? ਇਹ ਨਹੀਂ ਹੁੰਦਾ ਵੀ 2 ਮਿੰਟ ਦਾ ਰਸ ਆ ਗਿਆ। ਨਹੀਂ ਨਹੀਂ, ਮੈਂ ਬੰਦਗੀ ਕਰਨ ਬੈਠਿਆ, ਮੇਰੀ ਸੁਰਤ ਐਸੀ ਜੁੜ ਗਈ ਤੇ ਹੁਣ ਸੰਸਾਰ ਦੇ ਵੱਲ ਨੂੰ ਮੇਰਾ ਮਨ ਜਾਂਦਾ ਹੀ ਹੈ ਨਹੀਂ। ਉਹਨੂੰ ਆਨੰਦ ਕਹਿੰਦੇ ਆ। ਆਨੰਦ ਆਨੰਦ ਸਭ ਕੋ ਕਹੇ। ਸਾਰੇ ਕਹਿੰਦੇ ਨੇ ਖਾ ਲਿਆ ਆਨੰਦ ਆ ਗਿਆ, ਪੀ ਲਿਆ ਆਨੰਦ ਆ ਗਿਆ, ਸਾਰੇ ਕਹਿੰਦੇ ਆ। ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ। ਜਦੋਂ ਉਹ ਆਨੰਦ ਪ੍ਰਾਪਤ ਹੋ ਜਾਂਦਾ ਹੈ, ਫਿਰ ਪਿਆਰੇ ਉਸ ਤੋਂ ਬਾਅਦ ਕੁਝ ਰਹਿੰਦਾ ਨਹੀਂ। ਕਿਉਂਕਿ ਜਿਹੜਾ ਆਨੰਦ ਸ਼ਬਦ ਹੈ ਇਹਦਾ ਉਲਟ ਸ਼ਬਦ ਹੀ ਨਹੀਂ ਬਣਿਆ ਅੱਜ ਤੱਕ। ਪਰ ਜਿਹੜੇ ਸਾਧੂ ਨੇ, ਜਦੋਂ ਸਾਧੂਆਂ ਦੀ ਸੰਗਤ ਦੇ ਵਿੱਚ ਜਾਂਦੇ ਆ, ਕਿਉਂਕਿ ਸਾਧੂਆਂ ਦੀ ਸੰਗਤ ਦੇ ਵਿੱਚ ਮਹਾਂਪੁਰਖ ਦੱਸਦੇ ਸੀ ਨਾ, ਕਹਿੰਦੇ ਭਾਵੇਂ ਪਾਪੀ ਵੀ ਆ ਕੇ ਬੈਠ ਜਾਵੇ ਉਹ ਵੀ ਖਰਾ ਹੋ ਜਾਂਦਾ ਹੈ। ਜੇ ਡੁਪਲੀਕੇਟ ਨੋਟ ਹੋਵੇ ਨਾ, ਜੇ ਕਿਤੇ ਉਹਨੂੰ ਉਹਦੇ ਵਿੱਚ ਲਾ ਕੇ ਨਾ ਅਸਲੀ ਨੋਟਾਂ ਦੇ ਵਿੱਚ ਵੀ ਕਈ ਵਾਰ ਉਹ ਚੱਲ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸਾਧੂਆਂ ਦੀ ਸੰਗਤ ਦੇ ਵਿੱਚ ਆ ਜਾਂਦਾ ਹੈ, ਭਾਵੇਂ ਕਿੰਨਾ ਹੀ ਪਾਪੀ ਹੋਵੇ, ਅਤਿਆਤਾਈ ਹੋਵੇ, ਪਰ ਜਦੋਂ ਸਾਧੂਆਂ ਦੀ ਸੰਗਤ ਦੇ ਵਿੱਚ ਆ ਗਿਆ, ਕਬੀਰ ਦਰਸ਼ਨ ਸਾਧ ਕੇ ਸਾਹਿਬ ਆਵੇ ਜਾਦ, ਲੇਖੇ ਮੈਂ ਸੋਈ ਘੜੀ ਬਾਕੀ ਕੇ ਦਿਨ
ਬਾਅਦ ਕਹਿੰਦੇ ਜਦੋਂ ਸਾਧੂਆਂ ਦੀ ਸੰਗਤ ਦੇ ਵਿੱਚ ਆ ਗਿਆ, ਕਹਿੰਦੇ ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਕਿੰਨੀਆਂ ਹੀ ਉਦਾਹਰਨਾਂ ਨੇ। ਮਹਾਂਪੁਰਖ ਇੱਕ ਉਦਾਹਰਣ ਦਿੰਦੇ ਨੇ, ਆਪਾਂ ਜ਼ਿਆਦਾ ਲੰਬਾ ਸਮਾਂ ਨਹੀਂ ਕਰਨਾ, ਟੂਕ ਮਾਤਰੇ। ਕਹਿੰਦੇ ਸਾਧੂਆਂ ਦੀ ਸੰਗਤ ਦਾ ਕਿੰਨਾ ਕੁ ਫਲ ਹੈ। ਪੜ੍ਹੀ ਜਾਂਦੇ ਐ, ਸਾਧ ਕੇ ਸੰਗ ਨਹੀਂ ਕਿਸ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਕਹਿੰਦੇ ਸਾਧੂਆਂ ਦਾ ਜੇ ਦਰਸ਼ਨ ਵੀ ਕਰ ਲਈਏ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਸਾਧੂਆਂ ਦਾ ਇੱਕ ਬਚਨ ਵੀ ਸੁਣ ਲਈਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਪੜ੍ਹੀ ਜਾਂਦੇ ਐ ਪਰ ਸਾਡਾ ਉੱਥੇ ਵਿਸ਼ਵਾਸ ਨਹੀਂ ਖੜ ਰਿਹਾ ਹਜੇ ਸਾਧੂਆਂ ਦੇ ਸੰਗ ਦਾ। ਇਸੇ ਕਰਕੇ ਮਹਾਂਪੁਰਖ ਵਾਰ-ਵਾਰ ਕਹਿੰਦੇ ਨੇ ਨਾ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ। 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 ਸਾਧੂਆਂ ਦੇ ਸੰਗ ਦੀ, ਸਾਧੂਆਂ ਦੇ ਸੰਗ ਦੀ। 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 ਉਹ ਸਾਧੂਆਂ ਦੇ ਸੰਗ ਦੀ। ਸਾਧੂਆਂ ਦੇ ਸੰਗ ਦੀ। ਉਹ ਸਾਧੂਆਂ ਦੇ ਸੰਗ ਦੀ। 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 ਸਾਧੂਆਂ ਦੇ ਸੰਗ ਦੀ ਮਹਿਮਾ ਸਾਧੂਆਂ ਦੇ ਸੰਗ ਦੀ। ਸਾਧੂਆਂ ਦੇ ਸੰਗ ਮਹਿਮਾ ਸਾਧੂਆਂ ਦੇ ਸੰਗ ਦੀ। ਉਹ ਸਾਧੂਆਂ ਦੇ ਸੰਗ ਦੀ। ਸਾਧੂਆਂ ਦੇ ਸੰਗ ਦੀ। ਸਾਧੂਆਂ ਦੇ ਸੰਗ ਦੀ। ਸਾਧੂਆਂ ਦੇ ਸੰਗ ਦੀ। ਉਹ ਸਾਧੂਆਂ ਦੇ ਸੰਗ ਦੀ। ਸਾਧੂਆਂ ਦੇ ਸੰਗ ਦੀ। ਸਾਧੂਆਂ ਦੇ ਸੰਗ ਦੀ। ਸਾਧੂਆਂ ਦੇ ਸੰਗ ਦੀ। ਸੁਣਿਓ ਮੇਰੇ ਮੀਤਾ ਮਹਿਮਾ 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 ਸਾਧੂਆਂ ਦੇ ਸੰਗ ਦੀ। ਕਹਿੰਦੇ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਕੀ ਪ੍ਰਾਪਤ ਹੁੰਦਾ ਹੈ, ਕਿਸ ਕਿਸ ਦਾ ਜੀਵਨ ਤਰ ਗਿਆ। ਤੇ ਪਿਆਰਿਓ, ਜਦੋਂ ਕੋਈ ਸਾਧੂਆਂ ਦੀ ਸੰਗਤ ਕਰਦਾ ਹੈ ਨਾ, ਉਹਦਾ ਲੋਕ ਤੇ ਪਰਲੋਕ ਵੀ ਸਿਮਰ ਜਾਂਦਾ ਹੈ। ਕਹਿੰਦੇ ਦੋ ਭਰਾ ਨੇ, ਪਹਿਲਾਂ 2-2 4-4 ਭਰਾ ਹੁੰਦੇ ਸੀ, ਹੁਣ ਤਾਂ ਵਿਚਾਰੇ ਸਾਰਿਆਂ ਦੇ ਇੱਕ ਇੱਕ ਬੱਚਾ ਹੈ ਨਾ, ਕਿਸੇ ਕਿਸੇ ਦੇ 2 ਜਾਂ 3 ਨੇ। ਕਹਿੰਦੇ 2 ਭਰਾ ਨੇ। ਹੁਣ ਜਿਹੜੇ 2 ਭਰਾ ਨੇ, ਇੱਕ ਸਾਧੂਆਂ ਦੀ ਸੰਗਤ ਦੇ ਵਿੱਚ ਜਾਂਦਾ ਹੈ, ਜਿਹਨੂੰ ਆਪਾਂ ਗੁਰਮੁਖ ਕਹਿ ਲਈਏ, ਸਤਸੰਗੀ ਕਹਿ ਲਈਏ।
रोज साधुआं दी संगत दे विच जांदा है, बड़ा आनंद आउंदा है। एक ओहदा दूसरा भरा वो कदे संगत दे विच नहीं जांदा है, ओहदियां जिहड़ियां आदतां ने बड़ियां माड़ियां ने, चंगियां नहीं। संगत दे विच कदे जांदा नहीं ते ना ही वो सत्संग वाले रास्ते नूं चंगा समझदा है, ना गुरु घरां नूं चंगा समझदा है, ना किसी डेरे नूं चंगा समझदा है, क्योंकि सारियां दी आपो अपनी बिरती हुंदी है। प्यारिओ, नगर बहुत वसदा है। कुछ लोग होणगे जिहड़े कहंदे होणगे गुरु घर जाना चाहिदा है, मंदिर जाना चाहिदा, डेरे जाना चाहिदा। कुछ लोग ये कहंदे होणगे तां विहले लोकां दा काम है, उत्थे जाण दे नाल की हुंदा है। बहुत दुनिया दे इहो ਜਿਹੇ संस्कार हुंदे ने। हुण एक भरा साधुआं दी संगत दे विच जांदा है, रोज जाके संतां दे वचन सुणदा है, ते दूसरा जदों वो घर मुड़ के आउंदा है उहदे नाल कलेश करदा है। वो तूं रोज ही चलिया जाना, अद्धी अद्धी रात उत्थे संतां दे जाके बैठा रहना है, तू घरे कोई काम कर लिया कर, ये तां विहले लोकां दा काम है, अपना इन्ना काम है, तू काम करिया कर। पर वो सुणदा नहीं। जिन्हां दे अंदर गुरु दी चेटक लग जाती है, सत्संग दी चेटक लग जाती है, गुरु घर जाण दी चेटक लग जाती है, उन्हां दा तां इहो जिहा जीवन हो जाता है। जे किसी दी नाम दे विच बिरती लग जे ना, बिरे विवंगम तन वसै मंत्र न लागे कोए, राम बजोगी ना जीवे, जीवे तां बौरा होए। कहंदे जिहदा प्रभु दे नाल प्रेम है, जे किते एक घड़ी भी वो परमात्मा विसरदा है तां वो कमला जिहा हो जांदा, बौला जिहा हो जांदा है। तुसीं नितनेमे करन लग जो रोज, एक दिन नागा पै जावे, ऐं लगदा भी पता नहीं की घाटा पै गया। ਜਿਹੜੇ ਨਿਤਨੇਮੀ ਜਾਣੇ, ਜੇ ਕਿਤੇ ਇੱਕ ਦਿਨ ਨਿਤਨੇਮ ਨਾ ਹੋਵੇ, ਐਂ ਲੱਗਦਾ ਪਤਾ ਨਹੀਂ ਅੱਜ ਮੇਰਾ ਕੀ ਖੋਇਆ ਹੋਇਆ, ਕਿਉਂਕਿ ਰੱਬ ਦੇ ਨਾਲ ਉਹਦੀ ਬਿਰਤੀ ਜੁੜੀ ਹੋਈ ਹੈ। ਹੁਣ ਜਿਹੜਾ ਨਾਸਤਕ ਹੈ ਉਹ ਰੋਕਦਾ ਹੈ, ਜਿਹੜਾ ਆਸਤਕ ਹੈ ਉਹ ਰੋਜ਼ ਜਾਂਦਾ ਹੈ। ਹੁਣ ਜਿਹੜਾ ਆਸਤਕ ਹੈ, ਜਿਹੜਾ ਸੰਗਤ ਕਰਨ ਵਾਲਾ ਹੈ, ਉਹ ਹਮੇਸ਼ਾ ਹੀ ਅਰਦਾਸ ਇਹ ਕਰਦਾ ਰਹਿੰਦਾ, ਮਹਾਰਾਜ ਕਿਰਪਾ ਕਰੋ ਮੇਰਾ ਸਾਰਾ ਪਰਿਵਾਰ ਤੁਹਾਡੇ ਚਰਨਾਂ ਦੇ ਨਾਲ ਜੁੜ ਜਵੇ। ਉਹ ਇਹ ਸੋਚਦਾ ਹੈ ਵੀ ਮਹਾਰਾਜ ਕਿਰਪਾ ਕਰੋ, ਮੇਰਾ ਭਰਾ ਰੋਜ਼ ਰੋਕਦਾ ਹੈ, ਕਿਰਪਾ ਕਰੋ ਉਹ ਵੀ ਤੁਹਾਡੇ ਚਰਨਾਂ ਦੇ ਨਾਲ ਜੁੜ ਜਵੇ। ਇਹ ਸਤਸੰਗ ਦੇ ਵਿੱਚ ਜਾਂਦਾ ਹੈ, ਮਹਾਂਪੁਰਖਾਂ ਦੇ ਚਰਨਾਂ 'ਚ ਬੈਠਦਾ ਹੈ, ਮਹਾਂਪੁਰਖਾਂ ਨੂੰ ਕਹਿੰਦਾ ਬਾਬਾ ਜੀ ਕਿਰਪਾ ਕਰੋ, ਕਿਉਂਕਿ ਉਦੋਂ ਰੂਟੀਨ ਇਹ ਸੀ ਕਿ ਮਹਾਂਪੁਰਖ ਜਿਵੇਂ ਪੁਰਾਤਨ ਸਮੇਂ ਦੇ ਵਿੱਚ ਚਾਲੀਆਂ ਹੁੰਦੀਆਂ, ਅੱਜ ਆਹ ਘਰੇ ਸਤਸੰਗ ਹੈ, ਕੱਲ੍ਹ ਨੂੰ ਉਹ ਘਰੇ ਸਤਸੰਗ ਹੈ, ਪਰਸੋਂ ਨੂੰ ਉਹ ਘਰੇ ਸਤਸੰਗ ਹੈ। ਕਿਉਂਕਿ ਗੁਰਬਾਣੀ ਕਹਿੰਦੀ ਹੈ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਮਹਾਂਪੁਰਖਾਂ ਦੇ ਨਾਲ ਮਿਲ ਕੇ ਸਤਸੰਗ ਹੁੰਦਾ ਰੋਜ਼, ਉਹ ਰੋਜ਼ ਹੀ ਜਾਂਦਾ ਹੈ। ਉਹਨੇ ਬੇਨਤੀ ਕਰੀ ਬਾਬਾ ਜੀ ਕਿਰਪਾ ਕਰੋ ਸਾਡੇ ਘਰ ਦੇ ਵਿੱਚ ਵੀ ਸਤਸੰਗ ਕਰ ਦਿਓ। ਮਹਾਂਪੁਰਖ ਕਹਿੰਦੇ ਕੋਈ ਨਾ ਭਾਈ, ਤੇਰੇ ਘਰ ਦੇ ਵਿੱਚ ਵੀ ਸਤਸੰਗ ਕਰਾਂਗੇ। ਥੋੜੇ ਦਿਨਾਂ ਬਾਅਦ ਮਹਾਂਪੁਰਖਾਂ ਦੇ ਪ੍ਰੋਗਰਾਮ ਬਹੁਤ ਸੀ, ਸਾਰੇ ਸੰਗਤ ਨੂੰ ਦਿੱਤੇ ਹੋਏ। ਫਿਰ ਬੇਨਤੀ ਕਰਦਾ ਮਹਾਰਾਜ ਕਿਰਪਾ ਕਰੋ ਬਾਬਾ ਜੀ ਸਾਡੇ ਘਰ ਦੇ ਵਿੱਚ ਸਤਸੰਗ ਕਰ ਦਿਓ, ਸਾਡੇ ਘਰ ਦੇ ਵਿੱਚ ਵੀ ਰੰਗ ਚਾੜ ਦਿਓ, ਸਾਡੇ ਘਰ ਦੇ ਵਿੱਚੋਂ ਕੂੜ ਕਬਾੜ ਕੱਢ ਦਿਓ। ਮਹਾਂਪੁਰਖ ਕਹਿਣ ਲੱਗੇ ਚੰਗਾ ਭਾਈ, ਕੋਈ ਨਾ, ਫਲਾਣੀ ਤਰੀਕ ਤੈਨੂੰ ਦੇਤੀ, ਤਿਆਰੀ ਕਰ, ਰਾਤ ਨੂੰ ਆਰਤੀ ਸਤਸੰਗ ਤੇਰੇ ਘਰੇ ਕਰਾਂਗੇ, ਸੰਗਤਾਂ ਆਉਣਗੀਆਂ। ਇਹਨੂੰ ਬੜਾ ਚਾਅ ਚੜਿਆ ਸਤਸੰਗੀ ਪੁਰਸ਼ ਨੂੰ। ਘਰ ਚਲਿਆ ਗਿਆ, ਜਾ ਕੇ ਪਰਿਵਾਰ ਨੂੰ ਦੱਸਿਆ ਆਪਣੇ ਤੇ ਗੁਰੂਆਂ ਦੀ ਕਿਰਪਾ ਹੋ ਗਈ, ਸਾਧੂਆਂ ਦੀ ਕਿਰਪਾ ਹੋ ਗਈ, ਆਪਣੇ ਘਰੇ ਸਤਸੰਗ ਹੋਊਗਾ। ਬੜਾ ਚਾਅ। ਹੁਣ ਦੂਜਾ ਨਾਸਤਕ ਹੈ, ਜਦੋਂ ਉਹਨੇ ਸੁਣਿਆ ਆਪਣੇ ਘਰੇ ਸਾਧੂ ਆਉਣਗੇ, ਆਪਣੇ ਘਰੇ ਇਕੱਠ ਹੋਊਗਾ, ਉਲਟਾ ਗਲ ਪੈ ਗਿਆ। ਕਹਿੰਦਾ ਇਹ ਕੀ ਕੰਮ ਕਰਨ ਲੱਗੇ ਆ, ਪਤਾ ਕਿੰਨੀ ਔਖੀ ਕਮਾਈ ਹੁੰਦੀ ਹੈ, ਹੁਣ ਤੂੰ ਸਾਧਾਂ ਨੂੰ ਖਵਾ ਦੀ, ਹੁਣ ਤੂੰ ਲੋਕਾਂ ਨੂੰ ਖਵਾ ਦੀ। ਸੋਚ ਹੈ ਆਪਣੀ ਆਪਣੀ, ਹਰ ਇੱਕ ਬੰਦੇ ਦੀ ਸੋਚ ਹੈ। ਸਾਰਿਆਂ ਦੀ ਬਿਰਤੀ ਨਹੀਂ ਮਿਲਦੀ ਆਪਸ ਵਿੱਚ, ਕਦੇ ਮਿਲਦੀ ਹੈ ਭਾਈਆਂ ਭਾਈਆਂ ਦੀ ਨਹੀਂ ਮਿਲਦੀ, ਪਿਓ ਪੁੱਤਰ ਦੀ ਨਹੀਂ ਬਿਰਤੀ ਮਿਲਦੀ। ਹੁਣ ਇੱਕ ਕਹਿੰਦਾ ਮੇਰੇ ਘਰ ਨੂੰ ਤਾਰ ਦੇਣਗੇ, ਇੱਕ ਕਹਿੰਦਾ ਉਹ ਤੂੰ ਡੋਬਣ ਨੂੰ ਤੁਰਿਆ, ਤੂੰ ਹੁਣ ਲਟਾਉਣ ਲੱਗਿਆ।
पर जिहड़ा सत्संगी है कहन लग्या नहीं, महापुरख तां आउणगे ही आउणगे, घर दे विच सत्संग होऊए होऊ, आरती भी होऊ, कीर्तन भी होऊ, परमात्मा दे गुण भी गायन होणगे, क्योंकि वो सुणदा रिहा कि फलाणे दे घरे महापुरख गए। आपां सुणदे आ ना, नामदेव दे घरे महापुरख वागे, धन्ने दे घरे महापुरख वागे, सैन नाई दे घरे महापुरख वागे। सुनो महत्व नाम का मुजरे चल भाई, अजा मेल गणका तरी और सदन कसाई। सदने कसाई वर्गे, अजा मल पापी वर्गे। कहते गणका पापण दे घर महापुरख वर्गे। जदों महापुरख गणका पापण दे गए, वो पापन नूं भी तारता, साडे भी घर नूं तार देणगे। एक विश्वास है। कहन लग्या भी जो मर्जी हो जाए, घर दे विच साधु आउणगे, कीर्तन होऊगा, सत्संग होऊगा, संगतां आउणगियां, मैं करवाउणा ही करवाउणा है। वो कहन लग्या जे तैं करवाउणा, मैं घरे नहीं रहना। जदों तैं प्रोग्राम कराउणा ना, तां मैं नहीं घरे रहना, क्योंकि पापी को भावे नहीं भगत मुगत की रीत। पापी बंदे नूं भगती ते मुक्ति दा रस्ता चंगा नहीं लगदा। पापी पुरुष ने पहला तो रौले पा लेने, ये तो हिंदू है, मुसलमान है, सिख है, ईसाई है। ये पापी की निशानी है। ये ना सोचा करो भी जा लाल कपड़े पाए ने, जा कृपान पाई है, नीला हरा चिट्टा काला रंग पाया। पापी पुरुष की निशानी ये है, पहला तो वह दुविधा खड़ी करूगा, फिर कहूगा नहीं आ चंगे ने, आ माड़े ने, आ चंगे। ये पापी पुरुषों दी निशानियां हुंदियां ने। पर जिहड़ा धर्मी है वो कहता चाहे राम कह, चाहे अल्लाह कह, चाहे वाहिगुरु कह, गल एक ही है। कोई बोले राम राम, कोई खुदाए, कोई सेवे गसैया, कोई अलाए। जिहड़ा अत्यंत पापी है, महापापी है, वो तो भावें अल्लाह, भावें वाहिगुरु, भावें राम, भावें कोई भी परमेश्वर का नाम है, वो सुनना ही नहीं चाहता। वो तो यह कहूगा स्पीकर बंद कर दे गुरु घर दा। बहाना ले लू, कहता बच्चों की पढ़ाई खराब होंदी है, भी जदों 12-1 बजे तक मोबाइल चलाते हैं उदों नहीं खराब होंदी, उदों नहीं पढ़ाई खराब होंदी। बहाना पापी को भावे नहीं भगत मुगत की रीत। कहते पापी पुरुष नूं भगती ते मुक्ति का रस्ता चंगा नहीं लगता। कहन लग्या तू करा ला, मैं घर नहीं रहना। वो कहन लग्या साधु तां आउणगे आउणगे, तू भी इत्थे रही, मैं नहीं रहना। ते प्यारिओ दिन मिथ्या सी, समा आया ते महापुरख घर दे विच संगतां आउणियां शुरू हो गईयां। इहने सोचिया लोग आउणे शुरू हो गए। इहदा नाल ही दूजा डंगरां वाला विहड़ा लਹਿदा सी। कईयां दे घरां दे विच डंगरां वाला लਹਿदा हुंदा है ना, कईयां दे विच ही रखे हुंदे ने। जिहड़ा डंगरां वाला सी आप उत्थे चलिया गया, मैं नहीं किसे दे मत्थे लगना, इत्थे एवें बिना मतलब तो रौला पाउण लगे। महापुरख आए, महापुरख बैठ गए। महापुरख बैठ के कहन लगे हाँ भाई, भागां दे नाल संगतां घर दे विच आउंदियां ने, भागां दे नाल सत्संग हुंदे ने घर दे विच। अच्छा तेरा परिवार कित्थे आ, बुला के लिया। तां सारे परिवार नूं, सारा परिवार है उहनूं बुला के लिया। अपनी मां नूं भी बुला, अपने पिता नूं भी बुला, अपने भाई नूं भी बुला, अपनियां भैणां नूं भी बुला, अपने बच्चिआं नूं भी बुला, सारे परिवार नूं साडे कोले लैके आओ। हुण प्यारे नाम बेड़ी संत मिला पार कर दे खाम खाम। महापुरख कहंदे परिवार नूं लैके आ। हुणे बेचारा नीवी पाई बैठा है, सारा परिवार आ गया। किन्ने भाईओ? महाराज जी 2 आ, दूजा नहीं दींदा, नीवी पाउंदा है। महापुरख कहंदे तू गल तां दस की है? कहन लग्या महाराज जी मैं सत्संग दे विच जाण वाला, वो कसंग दे विच जाण वाला है। जदों आप जी दा आउणा सुनिया वो घरों बाहर नठ गया, दूसरे घरे चलिया गया। महापुरख कहंदे जा उहनूं बुला के लैके आओ। ये उठिया महापुरखां दा वचन मन के, उहनूं जाके कहंदा जा आ जा बई तैनूं महापुरख बुलाउंदे आ। वो कहंदा जा जा मैं की लैणा तेरे महापुरखां तो, तू जा इत्थों तुरदा लग, तू जल्दी जल्दी काम नवेड़, मैं घरे आउंदा होवां। सोच है ना, तू जल्दी जल्दी नवेड़, एवें समा खराब करन लगे, अद्धी रात होण वाली है, पैना भी है। उहदी सोच इदां दी है। ये मुड़े आया। महापुरख कहंदे कहन लग्या महाराज जी आउंदा नहीं, उहदे सिर ते पापां दी पंड भारी है,
ਉਹਦੇ ਸਿਰ ਤੇ ਪਾਪਾਂ ਦੀ ਪੰਡ ਭਾਰੀ ਹੈ, ਤੁਸੀਂ ਕਿਰਪਾ ਕਰਦੇ ਹੋ, ਤੁਸੀਂ ਕਿਰਪਾ ਕਰ ਸਕਦੇ ਹੋ। ਮਹਾਂਪੁਰਖਾਂ ਨੇ ਜੁਗਤੀ ਲਾਈ, ਕਿਉਂਕਿ ਭਾਵੇਂ ਕੋਈ ਕਿੰਨੀ ਹੋਣਾ ਕਿਸੇ ਦੀ ਬਣਦੀ ਹੋਵੇ, ਕਿਤੇ ਨਾ ਜਾਂਦਾ ਹੋਵੇ, ਤੇ ਕਿਸੇ ਨਾ ਬਣਦੀ ਤਾਂ ਹੁੰਦੀ ਉਹ ਹੈ। ਮਹਾਂਪੁਰਖ ਕਹਿੰਦੇ ਐਂ ਕਰੋ ਭਾਈ, ਜਿਹੜੇ ਉਹਦੀ ਮਾਤਾ ਨੂੰ, ਭੈਣ ਨੂੰ ਤੇ ਆਂਢੀ ਗਵਾਂਢੀ ਜਿਹੜੇ ਸਿਆਣੇ ਪੁਰਸ਼ ਸੀ ਉਹਨਾਂ ਨੂੰ ਭੇਜਤਾ ਵੀ ਤੁਸੀਂ ਬੁਲਾ ਲਿਆਓ। ਕਹਿਣ ਲੱਗੇ, ਜਾ ਕੇ ਉਹ 5-7 ਜਾਣੇ ਗਏ, ਕਹਿਣ ਲੱਗੇ ਵੀ ਦੇਖ ਤੇਰੇ ਘਰ 'ਚ ਸਾਧੂ ਆਏ ਨੇ, ਤੂੰ ਆ ਜਾ, ਤੈਨੂੰ ਘਰ 'ਚ ਆਉਣਾ ਚਾਹੀਦਾ, ਤੈਨੂੰ ਬੁਲਾਇਆ ਗਿਆ, ਐਦਾਂ ਨਹੀਂ ਕਰਨਾ ਚਾਹੀਦਾ। ਜੇ ਕੋਈ ਘਰ 'ਚ ਆਵੇ ਠੀਕ ਹੈ, ਨਹੀਂ ਬਣਦੀ ਤਾਂ ਵੀ ਘਰ 'ਚ ਰਹਿਣਾ ਚਾਹੀਦਾ, ਘਰ ਥੋੜ੍ਹੀ ਛੱਡ ਕੇ ਜਾਣਾ ਚਾਹੀਦਾ। ਕਹਿਣ ਲੱਗਿਆ ਤੁਸੀਂ ਕਹਿੰਦੇ ਹੋ ਮੈਂ ਚੱਲਦਾ, ਪਰ ਮੈਂ ਜੋ ਉਹਨਾਂ ਨੇ ਕਰਨਾ ਮੈਂ ਉਹ ਨਹੀਂ ਕਰਨਾ, ਉਹ ਕੰਮ ਨਹੀਂ ਕਰਨਾ ਮੈਂ। ਕਹਿਣ ਲੱਗੇ ਚੱਲ ਕੋਈ ਨਾ ਕਰੀ। ਇਹ ਆਇਆ, ਇਹ ਆ ਕੇ ਜਿਵੇਂ ਨਾਸਤਕ ਪੁਰਖ ਦੀ ਨਿਸ਼ਾਨੀ ਹੁੰਦੀ ਹੈ, ਜਿਹੜਾ ਤਾਂ ਹੁੰਦਾ ਗੁਰਮੁਖ, ਜਿਹੜਾ ਹੁੰਦਾ ਜੁੜਿਆ, ਉਹ ਤਾਂ ਡੰਡੌਤ ਕਰਦਾ, ਜਿਹੜਾ ਜੁੜਿਆ ਹੁੰਦਾ, ਜਿਹਦੇ ਅੰਦਰੋਂ ਸਰਧਾ ਹੁੰਦੀ ਹੈ, ਤੇ ਜਿਹਦੇ ਅੰਦਰ ਦੇਖੋ ਦੇਖੀ ਵਾਲੀ ਸਰਧਾ ਹੁੰਦੀ ਹੈ, ਉਹਨੂੰ ਵਿਚਾਰੇ ਨੂੰ ਮੱਥਾ ਵੀ ਨਹੀਂ ਟੇਕਣ ਆਉਂਦਾ ਹੁੰਦਾ, ਉਹ ਮਾੜਾ ਜਿਹਾ ਸਿਰ ਜਿਹਾ ਲਾ ਕੇ ਉੱਠ ਖੜਦਾ। ਤੇ ਜਿਹੜਾ ਕੁਝ ਅਭਿਮਾਨੀ ਜਿਹਾ ਬੰਦਾ ਹੁੰਦਾ ਵੀ ਮੇਰੇ ਵਰਗੇ ਹੀ ਨੇ ਸਾਰੇ, ਚਲੋ ਆ ਤਾਂ ਮੈਂ ਗਿਆ, ਉਹ ਐਂ ਧਰਤੀ ਜੇ ਨੂੰ ਹੱਥ ਲਾ ਕੇ ਨਾ ਐਂ ਕਰ ਦਿੰਦਾ। ਤੇ ਜਿਹੜਾ ਮਹਾਪਾਪੀ ਬੰਦਾ ਹੁੰਦਾ ਹੈ ਨਾ, ਉਹ ਨਾ ਹੱਥ ਜੋੜਦਾ, ਨਾ ਧਰਤੀ ਨੂੰ ਮੱਥਾ ਡੰਡੌਤਾ ਕਰਨੀ ਕੀ ਹੈ, ਉਹ ਆ ਕੇ ਐਂ ਖੜ ਜਾਂਦਾ, ਜਾਂ ਆ ਕੇ ਐਂ ਸਾਈਡ ਜੀ ਤੇ ਬਹਿ ਜਾਂਦਾ ਖੂੰਜੇ ਜੇ ਲੱਗ ਕੇ। ਹੁਣ ਇਹ ਆਇਆ, ਆ ਕੇ ਐਂ ਰਾਮ ਜੇ ਨਾਲ ਐਂ ਆਲਾ ਦੁਆਲਾ ਜਿਹਾ ਦੇਖ ਕੇ ਐਂ ਚੁੱਪ ਕਰਕੇ ਜੇ ਸਾਈਡ ਤੇ ਬਹਿ ਗਿਆ। ਹੁਣ ਮਹਾਂਪੁਰਖ ਬੈਠੇ ਨੇ, ਕਿਉਂਕਿ ਨਾਮ ਬੇੜੀ ਸੰਤ ਮਿਲਾ, ਪਾਰ ਕਰਦੇ ਖਾਮਖਾ। ਜਿੱਥੇ ਸਾਧੂ ਆ ਜਾਣ ਪਿਆਰਿਓ, ਸਾਧੂਆਂ ਦਾ ਜੀਵਨ ਤਾਂ ਇਹੋ ਜਿਹਾ ਹੁੰਦਾ ਹੈ ਨਾ, ਭਾਵੇਂ ਪਾਪੀ ਪੁਰਸ਼ ਵੀ ਹੋਵੇ, ਸਾਧੂ ਕੋਲ ਦੀ ਲੰਘ ਜਾਵੇ, ਭਾਵੇਂ ਦਿਨ ਰਾਤ ਗਾਲਾਂ ਕੱਢਦਾ ਹੋਵੇ, ਉਹਨੂੰ ਵੀ ਰੱਬ ਚੇਤੇ ਕਰਾ ਦਿੰਦੇ ਨੇ। ਕਿਵੇਂ ਪਹਿਲਾਂ ਜਦੋਂ ਕੋਲ ਦੀ ਲੰਘਦਾ, ਆਹ ਦੇਖੋ ਰੱਬ ਦੇ ਨਾਂ ਤੇ ਠੱਗਦੇ ਫਿਰਦੇ, ਆ ਗਿਆ ਨਾ ਰੱਬ ਚੇਤੇ। ਜਦੋਂ ਸਾਧੂ ਕੋਲ ਦੀ ਲੰਘਦਾ ਨਾ, ਭਾਵੇਂ ਗਾਲ ਹੀ ਕੱਢਣ, ਪਰ ਰੱਬ ਨੂੰ ਚੇਤੇ ਕਰ ਲੈਂਦੇ ਨੇ। ਅੱਜ ਮਹਾਂਪੁਰਖ ਉਹਨੂੰ ਕਹਿਣ ਲੱਗੇ, ਉਹ ਗੁਰਮੁਖਾ, ਕਿਉਂਕਿ ਜਿਹੜੇ ਸਾਧੂ ਨੇ ਨਾ, ਉਹ ਪਾਪੀ ਨਹੀਂ ਕਹਿੰਦੇ ਕਿਸੇ ਨੂੰ ਨਾ। ਜਿਵੇਂ ਗਰੀਬਦਾਸ ਮਹਾਰਾਜ ਜੀ, ਉਹਨਾਂ ਨੂੰ ਡਾਕੂਆਂ ਨੇ ਘੇਰ ਲਿਆ, ਡਾਕੂਆਂ ਨੇ, ਸੱਜਣੇ ਡਾਕੂ ਨੇ ਘੇਰ ਲਿਆ, ਗੋਲੀਆਂ ਚਲਾਈਆਂ। ਗਰੀਬਦਾਸ ਮਹਾਰਾਜ ਜੀ ਨੇ ਐਂ ਹੱਥ 'ਚ ਫੜ ਲੀਆਂ ਗੋਲੀਆਂ, ਸ਼ਕਤੀਵਾਨ ਸੀ, ਐਂ ਫੜ ਲੀਆਂ। ਉਹ ਹੈਰਾਨ ਹੈ ਵੀ ਮੇਰਾ ਤਾਂ ਕਦੇ ਵਾਰ ਖਾਲੀ ਨਹੀਂ ਗਿਆ, ਇੱਕ ਗੋਲੀ ਦੇ ਨਾਲ ਮੈਂ ਖਤਮ ਕਰ ਦਿੰਨਾ, ਤੇ ਇਹਨਾਂ ਨੇ ਮੇਰੀਆਂ ਗੋਲੀਆਂ ਹੀ ਫੜ ਲੀਆਂ। ਤੇ ਮਹਾਰਾਜ ਜੀ ਦੇ ਕੋਲ ਨੂੰ ਆਇਆ। ਮਹਾਰਾਜ ਕਹਿੰਦੇ, ਸੁਣਿਓ ਸੰਤ ਸੁਜਾਨ, ਗਰਭ ਨਹੀਂ ਕਰਨਾ ਰੇ, 4 ਦਿਨਾਂ ਕੀ ਚੇਹਰ ਬਣੀ ਹੈ, ਆਖਰ ਤੋ ਕੋ ਮਰਨਾ ਰੇ। ਕਹਿਣ ਲੱਗੇ, ਭਾਈ ਗਰਭ ਨਾ ਕਰ ਵੀ ਮੈਂ ਕੁਝ ਹਾਂ। ਸੁਣਿਓ ਸੰਤ ਸੁਜਾਨ, ਡਾਕੂ ਨੂੰ ਵੀ ਸੰਤ ਕਹਿ ਕੇ ਬੁਲਾਉਂਦੇ ਨੇ, ਸਾਧੂ। ਗਰਭ ਨਾ ਕਰ, ਇਹ 4 ਦਿਨਾਂ ਦੀ ਜ਼ਿੰਦਗਾਨੀ ਹੈ ਤੇਰੀ। 2 ਸ਼ਬਦ ਬੋਲੇ, ਸੁਣਿਓ ਸੰਤ ਸੁਜਾਨ, ਦਿਆ ਹਮ ਹੇਲਾ ਰੇ, ਬਹੁਤ ਜਨਮ ਬਹੁ ਤੇਰੇ ਹੋ ਸੀ, ਮਾਨਸ ਜਨਮ ਦਹੇਲਾ ਰੇ। ਕਹਿੰਦੇ ਅਸੀਂ ਹੇਲਾ ਦਿੰਨੇ ਆ, ਸਮਝਾਉਣੇ ਆ, ਹੋਰ ਜਨਮ ਬਹੁਤ ਹੋਣਗੇ, ਪਰ ਜਿਹੜਾ ਮਨੁੱਖਾ ਜਨਮ ਹੈ ਇਹ ਬਾਰ-ਬਾਰ ਨਹੀਂ ਮਿਲਣਾ। ਤੇ ਪਿਆਰਿਓ, ਡਾਕੂ ਨੂੰ ਵੀ ਉਪਦੇਸ਼ ਦਿੱਤਾ ਹੈ। ਅੱਜ ਮਹਾਂਪੁਰਖ ਸੇਵਾਦਾਰ ਜਾ ਕੇ ਮਹਾਂਪੁਰਖਾਂ ਨੂੰ ਭੋਜਨ ਛਕਾ ਦਿਓ, ਇੱਧਰ ਦੀ ਲੈ ਜਾਓ। ਹੁਣ ਮਹਾਂਪੁਰਖ ਉਹ ਪਾਪੀ ਪੁਰਸ਼ ਨੂੰ ਕਹਿਣ ਲੱਗੇ, ਜਿਹੜਾ ਨਾਸਤਕ ਹੈ, ਕੋਈ ਨਮਸਕਾਰ ਨਹੀਂ ਕਰੀ। ਕਹਿਣ ਲੱਗੇ, ਕਿਉਂ ਗੁਰਮੁਖਾ, ਤੂੰ ਸਤਸੰਗ ਦੇ ਵਿੱਚ ਨਹੀਂ ਆ ਰਿਹਾ, ਬੋਲਿਆ ਹੀ ਨਹੀਂ। ਉਹ ਗੁਰਮੁਖਾ, ਤੈਨੂੰ ਸਤਸੰਗ ਦੇ ਵਿੱਚ ਆਉਣਾ ਚਾਹੀਦਾ ਹੈ। ਧਿਆਨ ਦਿਓ ਪਿਆਰਿਓ ਇੱਧਰ, ਉਹ ਬੋਲਿਆ ਹੀ ਨਹੀਂ। ਉਹ ਮਹਾਂਪੁਰਖ ਕਹਿੰਦੇ, ਉਹ ਭਾਈ ਰਾਮ ਨਾਮ ਦਾ ਨਾਮ ਲਿਆ ਕਰ। ਪਤਾ ਮੂਰੋ ਕੀ ਕਹਿੰਦਾ, ਪਾਪੀ ਪੁਰਸ਼ ਹੈ, ਮੈਂ ਕਿਸੇ ਸਾਲੇ ਰਾਮ ਦਾ ਨਾਮ ਨਹੀਂ ਲੈਣਾ। ਉਲਟਾ ਹੀ ਬੋਲਿਆ, ਕਿਉਂਕਿ ਜਿਹੜਾ ਪਾਪੀ ਬੰਦਾ ਹੈ ਨਾ,
ਉਹਨੂੰ ਪਰਮੇਸ਼ਰ ਦਾ ਨਾਮ ਲੈਣਾ ਔਖਾ ਹੈ, ਆਖਣ ਔਖਾ ਸਾਚਾ ਨਾਮ। ਪਰਮੇਸ਼ਰ ਦਾ ਨਾਮ ਲੈਣਾ ਕਿਹੜਾ ਸੌਖਾ ਹੈ। ਫਿਰ ਮਹਾਂਪੁਰਖ ਕਹਿੰਦੇ ਉਹ ਭਾਈ ਰਾਮ ਰਾਮ ਕਰਿਆ ਕਰ। ਕਹਿੰਦਾ ਮੈਂ ਕਿਸੇ ਸਾਲੇ ਰਾਮ ਦਾ ਨਾਮ ਨਹੀਂ ਲੈਣਾ। ਨਾਲ ਗਾਲ ਕੱਢਦੇ ਨਾਲੇ ਰਾਮ ਕਹਿੰਦਾ। ਮਹਾਂਪੁਰਖ ਕਹਿੰਦੇ ਲੈ ਤਾਂ ਲਿਆ ਤੈਂ ਰਾਮ ਦਾ ਨਾਮ, ਨੀਵੀਂ ਪਾਲੀ। ਕਹਿਣ ਲੱਗੇ ਭਾਈ ਹੁਣ ਇੱਕ ਗੱਲ ਚੇਤੇ ਰੱਖੀ, ਇੱਕ ਗੱਲ ਚੇਤੇ ਰੱਖੀ, ਤੇਰੀ ਅੱਜ ਤੋਂ 8ਵੇਂ ਨੂੰ ਮੌਤ ਹੋ ਜਾਣੀ ਹੈ, 1 ਹਫ਼ਤੇ ਤੱਕ। ਤੇਰੀ ਅੱਜ ਤੋਂ ਹਫ਼ਤੇ ਤੱਕ ਮੌਤ ਹੋ ਜਾਣੀ ਹੈ। ਮੌਤ ਤੋਂ ਸਭ ਡਰਦੇ ਆ, ਭਾਵੇਂ ਆਸਤਕ ਹੈ ਭਾਵੇਂ ਨਾਸਤਕ ਹੈ, ਸਾਰੇ ਡਰਦੇ ਆ ਨਾ। ਜਦੋਂ ਮੌਤ ਚੇਤੇ ਆ ਜਾਵੇ ਨਾ, ਬੜੇ ਬੜਿਆਂ ਦੇ ਡਗਮਾ ਜਾਂਦੇ ਨੇ, ਘਬਰਾ ਜਾਂਦੇ ਨੇ। ਅੱਜ ਚੇਤੇ ਰੱਖੀ ਤੇਰੇ ਘਰ ਆਏ ਐ, ਸਾਡਾ ਬਚਨ ਕਦੇ ਖਾਲੀ ਨਹੀਂ ਜਾਂਦਾ। ਅੱਜ ਤੋਂ 8ਵੇਂ ਨੂੰ ਤੇਰੀ ਮੌਤ ਹੋ ਜਾਣੀ ਹੈ। ਤੈਨੂੰ ਜਮਾਂ ਨੇ ਫੜਨ ਵਾਸਤੇ ਆਉਣਾ ਹੈ, ਤੈਨੂੰ ਜਮ ਫੜ ਕੇ ਲੈ ਕੇ ਜਾਣਗੇ। ਪੜ੍ਹਦੇ ਆ ਨਾ, ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਓ ਜਾਏ। ਬੜੀ ਭੈੜੀ ਮਾਰ ਹੈ, ਬੜੀ ਭਿਅੰਕਰ ਮਾਰ ਹੈ, ਸਤਿਗੁਰ ਲੇਤ ਛੁਡਾਏ। ਕਹਿੰਦੇ ਜਮਾਂ ਦੀ ਮਾਰ ਬੜੀ ਭੈੜੀ ਹੈ। ਤੈਨੂੰ ਲੈਣ ਵਾਸਤੇ ਜਮਾਂ ਨੇ ਆਉਣਾ, ਤੈਨੂੰ ਧਰਮਰਾਜ ਦੇ ਪੇਸ਼ ਕਰਿਆ ਜਾਣਾ ਹੈ। ਗੱਲ ਚੇਤੇ ਰੱਖੀ ਸਾਡੀ, ਤੈਂ ਮਰ ਜਾਣਾ ਹੈ, ਇਹ ਗੱਲ ਯਾਦ ਰੱਖੀ। ਅੱਜ ਤੋਂ 8ਵੇਂ ਨੂੰ ਤੇਰੀ ਮੌਤ ਹੋ ਜਾਣੀ ਹੈ, ਤੈਨੂੰ ਲੈਣ ਵਾਸਤੇ ਜਮਾਂ ਨੇ ਆਉਣਾ ਹੈ। ਜਮਾਂ ਨੇ ਤੈਨੂੰ ਜਦੋਂ ਧਰਮਰਾਜ ਦੇ ਲੈ ਕੇ ਜਾਣਾ ਹੈ, ਤੇਰਾ ਬਹੀ ਖਾਤਾ ਫੋਲਿਆ ਜਾਣਾ ਹੈ। ਧਰਮਰਾਜ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਸਿਮਰਨ ਭਜਨ ਦਿਆ ਨਹੀਂ ਕੀਨੀ ਤੋ ਮੁਖ ਚੋਟਾਂ ਖਾਏਗਾ। ਪੜਨਾ ਨਹੀਂ ਕੱਲਾ, ਇਹਨੂੰ ਸਮਝਣਾ ਹੈ ਅਸੀਂ। ਤੈਨੂੰ ਧਰਮਰਾਜੇ ਦੇ ਲੈ ਕੇ ਜਾਣਾ, ਉੱਥੇ ਤੇਰਾ ਲੇਖਾ ਹੋਣਾ ਹੈ। ਤੇ ਜਦੋਂ ਤੇਰਾ ਲੇਖਾ ਪੜਿਆ ਜਾਣਾ ਨਾ, ਜਨਮ ਤੋਂ ਲੈ ਕੇ ਕਾਟੀਆਂ ਹੀ ਵੱਜਦੀਆਂ ਆਉਣੀਆਂ। ਕੋਈ ਪੁੰਨ ਕਾਟੀ ਨਹੀਂ ਕਰਿਆ, ਕੋਈ ਦਾਨ ਨਹੀਂ ਕਰਿਆ, ਕਦੇ ਸਤਸੰਗ ਦੇ ਵਿੱਚ ਗਿਆ ਨਹੀਂ ਕਰਿਆ, ਸਾਰੀਆਂ ਕਾਟੀਆਂ ਹੀ ਵੱਜਦੀਆਂ ਜਾਣੀਆਂ ਨੇ, ਕਾਟੀਆਂ ਹੀ। ਤੇ ਪਿਆਰਿਓ, ਜਦੋਂ ਕੁਝ ਕਰਿਆ ਹੀ ਨਹੀਂ, ਫਿਰ ਧਰਮਰਾਜੇ ਨੇ ਤੈਨੂੰ ਐਸੇ ਨਰਕ ਦੇ ਵਿੱਚ ਛੱਟਣ ਦੀ ਆਰਡਰ ਕਰਨਾ। ਤੇ ਫਿਰ ਤੇਰਾ ਆ ਐਂਡ ਵਾਲਾ ਸਮਾਂ ਇੱਕ ਮੂਹਰੇ ਆ ਜਾਣਾ, ਇੱਕ ਕਾਗਜ਼ ਤੇਰਾ, ਇੱਕ ਕਾਗਜ਼ ਮੂਹਰੇ ਆ ਜਾਣਾ। ਉਹਨਾਂ ਨੇ ਤੈਨੂੰ ਪੁੱਛਣਾ ਵੀ ਐਂ ਦੱਸ ਵੀ ਜਿਹੜਾ ਆ ਸਮਾਂ ਇਹ ਸੰਤਾਂ ਦੇ ਕੋਲੇ ਬੈਠਿਆ ਸੀ, ਸੰਤਾਂ ਨੇ ਧੱਕੇ ਦੇ ਨਾਲ ਤੇ ਤੋਂ ਰਾਮ ਕਹਾਇਆ ਸੀ, ਪਰ ਤੈਂ ਰਾਮ ਤਾਂ ਕਹਿਤਾ, ਪਰ ਸੁੱਧੀ ਦੇ ਨਾਲ ਤਾਂ ਉਹ ਵੀ ਨਹੀਂ ਕਿਹਾ ਪੂਰਾ, ਧੱਕੇ ਦੇ ਨਾਲ ਕਹਾਇਆ। ਜਿਵੇਂ ਮਹਾਂਪੁਰਖ ਕੀਰਤਨ ਕਰਦੇ ਕਹਿੰਦੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ, ਧੱਕੇ ਦੇ ਨਾਲ ਕਹਾਉਂਦੇ ਆ ਨਾ, ਉਹ ਤਾਂ ਕਹਿੰਦੇ ਨਹੀਂ ਆਪਾਂ। ਸਾਰੇ ਸੰਤ ਕਹਾਉਂਦੇ ਆ ਨਾ, ਕੋਈ ਕਹਿੰਦਾ ਸਤਨਾਮ ਕਹਾਉਂਦਾ ਹੈ, ਕੋਈ ਵਾਹਿਗੁਰੂ ਕਹਾਉਂਦਾ ਹੈ, ਕੋਈ ਰਾਮ ਕਹਾਉਂਦਾ ਹੈ, ਕੋਈ ਅੱਲਾ ਕਹਾਉਂਦਾ ਹੈ, ਸਾਰੇ ਪਰਮੇਸ਼ਰ ਦੇ ਨਾਮ ਨੇ। ਜਦੋਂ ਤੈਨੂੰ ਪੁੱਛਿਆ ਜਾਣਾ ਹੈ ਉੱਥੇ ਧਰਮਰਾਜੇ ਦੇ ਵੀ ਜਿਹੜਾ ਤੂੰ ਸੰਤਾਂ ਦੀ ਸ਼ਰਨ ਦੇ ਵਿੱਚ ਬੈਠੀ ਹੈ, ਸੰਤਾਂ ਨੇ ਤੇ ਤੋਂ ਰਾਮ ਕਹਾਇਆ, ਵੀ ਇਹਦਾ ਫਲ ਤੈਨੂੰ ਪਹਿਲਾਂ ਦਈਏ ਕਿ ਬਾਅਦ ਚ ਦਈਏ? ਤੈਨੂੰ ਇਹ ਪੁੱਛਿਆ ਜਾਣਾ ਹੈ। ਤੂੰ ਉੱਥੇ ਇਹ ਸਵਾਲ ਕਰਨਾ ਵੀ ਮੈਂ ਫਲ ਨਹੀਂ ਲੈਣਾ, ਮੈਨੂੰ ਜਿਹੜਾ ਰਾਮ ਨਾਮ ਹੈ ਇਹਦਾ ਮਹੱਤਵ ਦੱਸੋ ਕੀ ਹੈ, ਇਹ ਰਾਮ ਨਾਮ ਦੀ ਤਾਕਤ ਦੱਸੋ ਕੀ ਹੈ। ਅੱਜ ਦਾ ਤੂੰ ਕਹਿਣਾ ਮੈਂ ਕਿਸੇ ਰਾਮ ਦਾ ਨਾਮ ਨਹੀਂ ਲੈਣਾ, ਜਾਂ ਤੈਨੂੰ ਇਹ ਗੱਲ ਪੁੱਛੀ ਜਾਣੀ ਹੈ, ਤੂੰ ਇਹ ਕਹੀ ਮੈਨੂੰ ਇਹਦਾ ਮਹੱਤਵ ਦੱਸੋ, ਇਹ ਰਾਮ ਨਾਮ ਦੀ ਤਾਕਤ ਕੀ ਹੈ। ਕਹਿਣ ਲੱਗਿਆ ਠੀਕ ਹੈ, ਡਰ ਗਿਆ ਮਰਨ ਤੋਂ। ਤੇ ਪਿਆਰਿਓ, ਡਰਦੇ ਮੂਹਰੇ ਤਾਂ ਕਹਿੰਦੇ ਭੂਤ ਨੱਚਦੇ ਨੇ। ਹੁਣ ਇੱਕ ਇੱਕ ਸਿਣ ਬੜਾ ਔਖਾ ਬੀਤਦਾ, ਮੈਂ ਮਰ ਜਾਣਾ, ਮੈਂ ਮਰ ਜਾਣਾ। ਤੇ ਨਾਲੇ ਮਨ ਦੇ ਵਿੱਚ ਇੱਕ ਅੰਦਰ ਡਰ ਪੈਦਾ ਹੋ ਗਿਆ, ਪਰਮਾਤਮਾ ਵੀ ਯਾਦ ਆਉਣ ਲੱਗ ਗਿਆ, ਭਗਵਾਨ ਵੀ ਯਾਦ ਆਉਣ ਲੱਗ ਗਿਆ, ਤੇ ਅੰਦਰੋਂ ਅੰਦਰ ਹੀ ਬੇਨਤੀਆਂ ਵੀ ਸ਼ੁਰੂ ਹੋ ਗਈਆਂ, ਹੁੰਦੀਆਂ ਨੇ ਨਾ ਮੌਤ ਦੇ ਡਰ ਤੋਂ। ਦਿਨ ਆਇਆ 8 ਦਿਨ ਮੌਤ ਦੀ ਚਿੰਤਾ ਰਹੀ, ਰੱਬ ਵੀ ਚੇਤੇ ਆਉਂਦਾ ਰਿਹਾ, ਅੰਦਰ ਡਰ ਵੀ ਪੈਦਾ ਰਿਹਾ। ਤੇ ਅੱਜ ਸਮਾਂ ਆ ਗਿਆ, ਮੌਤ ਹੋ ਗਈ ਪਿਆਰਿਓ। ਜਦੋਂ ਮੌਤ ਹੋ ਗਈ, ਲੈਣ ਵਾਸਤੇ ਜਮ ਆਏ।
ਤੇ ਪਿਆਰਿਓ ਧਰਮਰਾਜ ਦੇ ਪੇਸ਼ ਕਰਿਆ ਗਿਆ, ਲੇਖਾ ਦੇਖਿਆ ਗਿਆ, ਕਦੇ ਕੋਈ ਚੰਗਾ ਕਰਮ ਨਹੀਂ ਕਰਿਆ। ਆ ਪਿਛਲਾ ਸਮਾਂ ਚ ਇੱਕ ਕਾਗਜ਼ ਨਿਕਲਿਆ, ਕਹਿੰਦੇ ਇਹਨੇ ਸੰਤਾਂ ਦੀ ਸੰਗਤ ਦੇ ਵਿੱਚ ਜਾ ਕੇ ਰਾਮ ਨਾਮ ਜਪਿਆ। ਧਰਮਰਾਜਾ ਕਹਿੰਦਾ ਦੱਸ ਵੀ ਇਹਦਾ ਫਲ ਪਹਿਲਾਂ ਲੈਣਾ, ਕਿਉਂਕਿ ਭਾਵਨਾ ਨੇ ਨਾਲ ਤਾਂ ਨਹੀਂ ਤੈਂ ਜਪਿਆ। ਇਹ ਭਾਵਨਾ ਨਾਲ ਨਹੀਂ ਜਪਿਆ, ਕਿਉਂਕਿ ਜੇ ਭਾਵਨਾ ਦੇ ਨਾਲ ਜਪਿਆ ਹੁੰਦਾ, ਤੇਰੀ ਸੁਰਤੀ ਚੜੀ ਹੁੰਦੀ, ਤੈਂ ਮੁਕਤ ਹੋ ਜਾਣਾ ਸੀ। ਇੰਨਾ ਚੰਗਾ ਵੀ ਤੈਨੂੰ ਸੰਤਾਂ ਦੇ ਦਰਸ਼ਨ ਹੋ ਗਏ ਤੇ ਰਾਮ ਨਾਮ ਮੁਖ ਦੇ ਵਿੱਚੋਂ ਨਿਕਲ ਗਿਆ, ਭਾਵੇਂ ਗਾਲ ਕੱਢ ਕੇ ਨਿਕਲਿਆ। ਚੱਲ ਤੈਨੂੰ ਇਹਦਾ ਫਲ ਦੇ ਦਈਏ। ਉਹ ਕਹਿਣ ਲੱਗਿਆ, ਯਾਦ ਆਇਆ ਉਹ ਸੰਤਾਂ ਨੇ ਕਿਹਾ ਸੀ ਵੀ ਤੈਂ ਫਲ ਨਹੀਂ ਲੈਣਾ, ਤੈਂ ਨਾਮ ਦੀ ਮਹਿਮਾ, ਇਹ ਨਾਮ ਦੀ ਤਾਕਤ ਦਾ ਪਤਾ ਕਰਨਾ ਹੈ ਵੀ ਨਾਮ ਦੇ ਵਿੱਚ ਕਿੱਡੀ ਤਾਕਤ ਹੈ। ਕਹਿਣ ਲੱਗਿਆ ਜੀ ਮੈਨੂੰ ਫਲ ਦੀ ਲੋੜ ਨਹੀਂ, ਮੈਨੂੰ ਇਹ ਦੱਸੋ ਵੀ ਰਾਮ ਨਾਮ ਦੀ ਜਿਹੜੀ ਮਹਿਮਾ ਹੈ, ਇਹਦਾ ਕਿੱਡਾ ਕੁ ਫਲ ਹੈ, ਇਹਦੇ ਵਿੱਚ ਕਿੱਡੀ ਕੁ ਤਾਕਤ ਹੈ। ਹੁਣ ਪਿਆਰਿਓ ਰਾਮ ਨਾਮ ਦੀ ਜਿਹੜੀ ਮਹਿਮਾ ਹੈ ਨਾ, ਹੁਣ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਕਹਿੰਦੇ ਇੱਕ ਘੜੀ ਸਿਮਰਨ ਕਰੀਏ ਰਾਜੇ ਜਨਕ ਨੇ, ਕਹਿੰਦੇ ਕੁੰਡਾਂ ਦੇ ਕੁੰਡ ਨਰਕਾਂ ਦੇ ਖਾਲੀ ਕਰਤੇ। ਐਡੀ ਤਾਕਤ ਨਾਮ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਹੁਣ ਇਹ ਕਹਿੰਦਾ ਜੀ ਮੈਨੂੰ ਦੱਸੋ ਵੀ ਕਿੱਡੀ ਕੁ ਤਾਕਤ ਹੈ। ਉਹ ਕਹਿਣ ਲੱਗੇ ਵੀ ਧਰਮਰਾਜ ਜੀ ਕਹਿਣ ਲੱਗੇ ਵੀ ਇਹ ਮੈਂ ਨਹੀਂ ਦੱਸ ਸਕਦਾ, ਮੈਂ ਇੰਦਰ ਨੂੰ ਬੁਲਾ ਲੈਣਾ, ਇੰਦਰ ਸ਼ਾਇਦ ਦੱਸ ਦੇਵੇ। ਸਵਰਗਾਪੁਰੀ ਦਾ ਰਾਜਾ ਹੈ ਉਹ, ਕਿਉਂਕਿ ਸਾਰੀ ਦੁਨੀਆ ਸਵਰਗਾਂ ਜਾਣਾ ਚਾਹੁੰਦੀ ਹੈ ਨਾ, ਸਾਰੀ ਦੁਨੀਆ ਸਵਰਗਾਂ ਜਾਣਾ ਚਾਹੁੰਦੀ ਹੈ। ਇੰਦਰ ਨੂੰ ਬੁਲਾਇਆ ਗਿਆ। ਇੰਦਰ ਕਹਿਣ ਲੱਗਿਆ ਵੀ ਰਾਮ ਨਾਮ ਦੀ ਮਹਿਮਾ ਮੈਂ ਤਾਂ ਨਹੀਂ ਦੱਸ ਸਕਦਾ। ਕਹਿਣ ਲੱਗੇ ਫਿਰ ਕੌਣ ਦੱਸੂ? ਕਹਿੰਦੇ ਨਾਰਦ ਜੀ ਦੱਸ ਸਕਦੇ ਨੇ, ਜਿਹੜੇ ਬ੍ਰਹਮਾ ਜੀ ਦੇ ਪੁੱਤਰ ਨੇ, ਕਿਉਂਕਿ ਹਰ ਸਮੇਂ ਨਾਰਾਇਣ ਦਾ ਸਿਮਰਨ ਕਰਦੇ ਰਹਿੰਦੇ ਨੇ, ਉਹ ਦੱਸ ਸਕਦੇ ਨੇ। ਨਾਰਦ ਜੀ ਨੂੰ ਯਾਦ ਕਰਿਆ ਗਿਆ, ਨਾਰਦ ਜੀ ਆ ਗਏ। ਨਾਰਦ ਜੀ ਕਹਿਣ ਲੱਗੇ ਵੀ ਰਾਮ ਨਾਮ ਦੀ ਮਹਿਮਾ ਮੈਂ ਤਾਂ ਨਹੀਂ ਦੱਸ ਸਕਦਾ, ਰਾਮ ਨਾਮ ਦੀ ਮਹਿਮਾ ਤਾਂ ਬ੍ਰਹਮਾ ਜੀ ਦੱਸ ਸਕਦੇ ਨੇ। ਕਿੱਡੀ ਕੁ ਤਾਕਤ ਹੈ। ਕਹਿਣ ਲੱਗੇ ਹੁਣ ਬ੍ਰਹਮਾ ਜੀ ਨੂੰ ਬੁਲਾ ਤਾਂ ਨਹੀਂ ਸਕਦੇ, ਉਹਨਾਂ ਦੇ ਲੋਕ 'ਚ ਜਾਣਾ ਪਊਗਾ। ਕਹਿਣ ਲੱਗੇ ਚਲੋ। ਹੁਣ ਉਹ ਪਾਪੀ ਪੁਰਸ਼ ਧਰਮ ਰਾਜਾ, ਨਾਰਦ ਜੀ ਤੇ ਪਿਆਰਿਓ ਇੰਦਰ ਸਾਰੇ ਜਾਣੇ ਬ੍ਰਹਮਾ ਜੀ ਦੇ ਕੋਲ ਚਲੇ ਗਏ। ਬ੍ਰਹਮਾ ਜੀ ਨੂੰ ਜਾ ਕੇ ਕਹਿਣ ਲੱਗੇ, ਹੇ ਬ੍ਰਹਮਾ ਜੀ ਸ੍ਰਿਸ਼ਟੀ ਦੇ ਰਚੇਤਾ, ਕਿਰਪਾ ਕਰੋ ਐਂ ਦੱਸੋ ਵੀ ਰਾਮ ਨਾਮ ਦੇ ਵਿੱਚ ਕਿੱਡੀ ਕੁ ਤਾਕਤ ਹੈ। ਬ੍ਰਹਮਾ ਜੀ ਕਹਿਣ ਲੱਗੇ ਵੀ ਇਹ ਗੱਲ ਦਾ ਮੈਂ ਨਹੀਂ ਉੱਤਰ ਦੇ ਸਕਦਾ, ਇਹ ਤਾਂ ਸ਼ਿਵ ਜੀ ਭਗਵਾਨ ਦੱਸ ਸਕਦੇ ਨੇ, ਜਿਹੜੇ ਹਰ ਸਮੇਂ ਪਰਮਾਤਮਾ ਦੀ ਭਗਤੀ ਦੇ ਵਿੱਚ ਐ ਸਮਾਧੀ ਲਾ ਕੇ ਬੈਠੇ ਰਹਿੰਦੇ ਨੇ, ਹਰ ਸਮੇਂ ਬੰਦਗੀ ਕਰਦੇ ਰਹਿੰਦੇ ਨੇ। ਕਹਿਣ ਲੱਗੇ ਚਲੋ ਸ਼ਿਵ ਜੀ ਭਗਵਾਨ ਕੋਲੇ ਚਲੋ। ਕੈਲਾਸ਼ ਤੇ ਚਲੇ ਗਏ। ਸ਼ਿਵ ਜੀ ਭਗਵਾਨ ਦੇ ਚਰਨਾਂ ਦੇ ਵਿੱਚ ਜਾ ਕੇ ਕਹਿਣ ਲੱਗੇ, ਭਗਵਾਨ ਜੀ ਤੁਸੀਂ ਦੱਸੋ ਰਾਮ ਨਾਮ ਦੀ ਮਹਿਮਾ ਕਿੰਨੀ ਕੁ ਤਾਕਤਵਰ ਹੈ, ਰਾਮ ਨਾਮ ਦੀ ਮਹਿਮਾ ਦਾ ਕਿੱਡਾ ਕੁ ਫਲ ਹੈ, ਰਾਮ ਨਾਮ ਦੀ ਮਹਿਮਾ ਕਿੰਨੀ ਕੁ ਉੱਚੀ ਹੈ। ਸ਼ਿਵ ਜੀ ਭਗਵਾਨ ਕਹਿਣ ਲੱਗੇ ਅਸੀਂ ਨਹੀਂ ਦੱਸ ਸਕਦੇ, ਇਹ ਤਾਂ ਵਿਸ਼ਨੂੰ ਭਗਵਾਨ ਦੱਸ ਸਕਦੇ ਨੇ। ਹੁਣ ਜਿਹੜਾ ਪਾਪੀ ਪੁਰਸ਼ ਹੈ ਉਹ ਨਾਸਤਿਕਤਾ ਤਾਂ ਵਿੱਚੇ ਸੀ, ਕਹਿੰਦਾ ਕੋਈ ਉੱਥੇ ਨੂੰ ਕਹਿ ਦਿੰਦਾ, ਕੋਈ ਉੱਥੇ ਨੂੰ ਕਹਿੰਦਾ, ਮੈਂ ਨਹੀਂ ਜਾਣਾ ਕਿਤੇ, ਮੇਰੇ ਤੋਂ ਨਹੀਂ ਤੁਰ ਹੁੰਦਾ ਇੰਨਾ, ਮੈਂ ਨਹੀਂ ਜਾ ਸਕਦਾ। ਉਹ ਕਹਿਣ ਲੱਗੇ ਫੇਰ, ਕਹਿਣ ਲੱਗੇ ਹੁਣ ਦੱਸਣਾ ਵੀ ਜ਼ਰੂਰੀ ਹੈ। ਕਹਿਣ ਲੱਗਿਆ ਮੈਂ ਨਹੀਂ ਜਾਣਾ, ਮੇਰੇ ਤੋਂ ਨਹੀਂ ਚੱਲਿਆ ਜਾਂਦਾ ਤੇ ਮੈਂ ਨਹੀਂ ਵਿਸ਼ਨੂੰ ਭਗਵਾਨ ਕੋਲੇ ਜਾਣਾ, ਤੁਸੀਂ ਉਹ ਦੱਸਣਿਆ ਦੱਸ ਦਿਓ, ਮੇਰੇ ਤੋਂ ਨਹੀਂ ਤੁਰ ਹੁੰਦਾ। ਕਹਿਣ ਲੱਗੇ ਲੈ ਕੇ ਤਾਂ ਤੈਨੂੰ ਜ਼ਰੂਰ ਜਾਣਾ ਹੈ, ਪਤਾ ਵੀ ਕਰਨਾ ਹੈ। ਕਹਿਣ ਲੱਗੇ ਐਂ ਕਰੋ ਫਿਰ ਮੇਰੇ ਤੋਂ ਨਹੀਂ ਤੁਰ ਹੁੰਦਾ। ਉਹ ਕਹਿਣ ਲੱਗੇ ਤੈਨੂੰ ਚੱਕ ਕੇ ਲੈ ਚੱਲਦੇ ਆ। ਇੱਕ ਪਾਲਕੀ ਬਣਾ ਲਈ, ਇੱਕ ਪਾਸੇ ਧਰਮ ਰਾਜਾ ਜੁੜ ਗਿਆ, ਇੱਕ ਪਾਸੇ ਇੰਦਰ ਜੁੜ ਗਿਆ, ਇੱਕ ਪਾਸੇ ਨਾਰਦ ਜੀ ਬ੍ਰਹਮਾ ਜੀ ਸਾਰੇ ਜੁੜ ਗਏ ਤੇ ਪਿਆਰੇ ਵਿਸ਼ਨੂੰ ਲੋਕ ਨੂੰ ਚੱਲ ਪਏ ਪਾਲਕੀ ਲੈ ਕੇ। ਜਦੋਂ ਐ ਪਾਲਕੀ ਆਉਂਦੀ ਦੇਖੀ ਨਾ, ਵਿਸ਼ਨੂੰ ਭਗਵਾਨ ਨੇ ਦੇਖਿਆ ਵੀ ਜਿੰਨੇ ਦੇਵੀ ਦੇਵਤੇ ਨੇ ਸਾਰਿਆਂ ਨਾਲੋਂ ਵੱਡਾ ਤਾਂ ਮੈਨੂੰ ਸਮਝਦੇ ਆ, ਮੈਂ ਹੀ ਵੱਡਾ, ਆ ਮੇਤੋਂ ਵੀ ਕੋਈ ਵੱਡਾ ਆ ਗਿਆ ਜਿਹੜਾ ਪਾਲਕੀ 'ਚ ਬੈਠਿਆ ਆਉਂਦਾ, ਜਿਹੜਾ ਪਾਲਕੀ 'ਚ ਬੈਠਾ ਆਉਂਦਾ ਇਹ ਮੇਤੋਂ ਵੀ ਵੱਡਾ। ਕਹਿੰਦੇ ਵਿਸ਼ਨੂੰ ਜੀ ਉੱਠ ਕੇ ਖੜੇ ਹੋ ਗਏ। ਜਦੋਂ ਉੱਥੇ ਪਾਲਕੀ ਲਾਹੀ ਵਿੱਚੋਂ ਨਿਕਲਿਆ ਪਾਪੀ ਪੁਰਸ਼,
ਕਹਿੰਦੇ ਜਦੀ ਸਵਾਲ ਕਰਿਆ, ਕਹਿੰਦੇ ਜੀ ਰਾਮ ਨਾਮ ਦੀ ਕਿੱਡੀ ਕੁ ਵੱਡੀ ਮਹਿਮਾ। ਵਿਸ਼ਨੂੰ ਜੀ ਕਹਿਣ ਲੱਗੇ ਹਜੇ ਪਤਾ ਹੀ ਨਹੀਂ ਲੱਗਿਆ ਕਿੱਡੀ ਕੁ ਮਹਿਮਾ। ਕਹਿੰਦੇ ਇੱਕ ਵਾਰ ਸੰਤਾਂ ਨੇ ਰਾਮ ਕਹਾਇਆ ਸੀ, ਆ ਦੇਵਤਿਆਂ ਦੇ ਮੋਢਿਆਂ ਤੇ ਬਹਿ ਗਿਆ। ਐਡੀ ਮਹਿਮਾ ਪਰਮੇਸ਼ਰ ਦੇ ਨਾਮ ਦੀ ਹੈ। ਜਿਹੜਾ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਨਾ, ਉਹਦਾ ਲੋਕ ਤੇ ਪਰਲੋਕ ਸੁਖੀ ਹੋ ਜਾਂਦਾ ਹੈ, ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਪਰ ਇਹ ਨਾਮ ਜਪਾਉਂਦੇ ਕੌਣ ਨੇ? ਇਹ ਜਪਾਉਂਦੇ ਨੇ ਸਾਧੂ ਜਨ। ਕਿਉਂਕਿ ਇੱਕ ਚੀਜ਼ ਹੁੰਦੀ ਹੈ, ਮਹਾਂਪੁਰਖ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ। ਵੈਸੇ ਤਾਂ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਰਾਮ ਰਾਮ ਤਾਂ ਕਿੰਨਾ ਮਰਜੀ ਬੰਦਾ ਪੜ੍ਹ ਲਵੇ, ਜਿੰਨਾ ਚਿਰ ਜਿਹੜਾ ਸਕੂਲ ਦੇ ਵਿੱਚੋਂ ਹੈੱਡ ਮਾਸਟਰ ਹੈ ਤੁਹਾਡੇ ਸਰਟੀਫਿਕੇਟ ਤੇ ਮੋਹਰ ਨਹੀਂ ਨਾ ਲਾਉਂਦਾ, ਤੁਹਾਡੀ ਪੜ੍ਹਾਈ ਦੀ ਕੀਮਤ ਨਹੀਂ ਪੈਂਦੀ। ਪੜ੍ਹਾਈ ਤਾਂ ਉਹੀ ਹੁੰਦੀ ਹੈ, ਪਰ ਜਦੋਂ ਸਕੂਲ ਦੇ ਵਿੱਚ ਜਾ ਕੇ ਪ੍ਰੀਖਿਆ ਦੇ ਕੇ ਬੱਚਾ ਪਾਸ ਹੋ ਕੇ ਸਟੈਂਪ ਲਾ ਕੇ ਆਉਂਦੀ ਹੈ, ਫਿਰ ਉਹ ਪੜ੍ਹਾਈ ਦੀ ਕੀਮਤ ਪੈਂਦੀ ਹੈ। ਇਸੇ ਤਰ੍ਹਾਂ ਜਿਹੜੇ ਸਾਧੂ ਨੇ ਉਹ ਆਪ ਸਿਮਰਨ ਕਰਦੇ ਨੇ, ਇੰਨਾ ਸਿਮਰਨ ਕਰਦੇ ਨੇ, ਇੰਨਾ ਸਿਮਰਨ ਕਰਦੇ ਨੇ, ਅਕਸਰ ਉਹੀ ਨੇ 35 ਦੇ ਅਕਸਰ ਉਹੀ ਨੇ। ਇੱਕ ਸੈਨ ਕਰ ਦੇਵੇ ਬੜਾ ਅਫਸਰ ਤੇ ਇੱਕ ਆਮ ਬੰਦਾ ਕਰ ਦੇਵੇ, ਅਕਸਰ ਤਾਂ ਉਹੀ ਨੇ ਨਾ। ਪਰ ਅਫਸਰ ਦੇ ਜਿਹੜੇ ਸੈਨ ਨੇ ਉਹਨਾਂ ਦੀ ਤਾਕਤ ਹੈ, ਮਹਾਂਪੁਰਖ ਬੰਦਗੀ ਕਰ ਕਰਕੇ ਉਹਨਾਂ ਦੀ ਰਸਨਾ ਤੇ ਪ੍ਰਮਾਤਮਾ ਦਾ ਵਾਸਾ ਹੋ ਜਾਂਦਾ ਹੈ। ਫਿਰ ਕਿਸੇ ਨੂੰ ਕੋਈ ਵੀ ਸ਼ਬਦ ਦੇ ਦੇਣ, ਜਦੋਂ ਅਗਲਾ ਮੂਹਰਲਾ ਉਹ ਸ਼ਬਦ ਜਪਦਾ ਨਾ, ਉਹ ਜਦ ਹੀ ਫਲੀਭੂਤ ਹੋ ਜਾਂਦਾ। ਇਸੇ ਕਰਕੇ ਗੁਰੂ ਦੇ ਕੋਲੋਂ ਮੰਤਰ ਲੈਣਾ ਪੈਂਦਾ ਪਿਆਰਿਓ। ਤਾਂ ਹੀ ਕਹਿੰਦੇ ਗੁਰਬਿਨ ਮਾਲਾ ਫੇਰਤੇ, ਗੁਰਬਿਨ ਦੇਤੇ ਦਾਨ, ਗੁਰਬਿਨ ਦਾਨ ਹਰਾਮ ਹੈ ਕਹਤੇ ਵੇਦ ਪ੍ਰਾਣ। ਇਸੇ ਕਰਕੇ ਗੁਰੂ ਧਾਰਨ ਕਰਨਾ ਪੈਂਦਾ ਹੈ, ਨਹੀਂ ਤਾਂ ਨਗੁਰੇ ਦਾ ਤਾਂ ਪਿਆਰਿਓ ਨਾਂ ਵੀ ਬੁਰਾ ਹੈ। ਜੇ ਨਗੁਰਾ ਬੰਦਾ ਮੱਥੇ ਲੱਗ ਜੇ ਨਾ, ਗਰੀਬਦਾਸ ਮਹਾਰਾਜ ਕਹਿੰਦੇ ਜੇ ਕਿਤੇ ਪਾਪੀ ਬੰਦਾ ਮੱਥੇ ਲੱਗ ਜੇ ਨਾ, ਕਹਿੰਦੇ ਸਿਰ ਤੇ ਪਾਪਾਂ ਦੀ ਪੰਡ ਧਰੀ ਜਾਂਦੀ ਹੈ। ਕਬੀਰ ਨੁਗਰਾ ਨਾ ਮਿਲੇ ਪਾਪੀ ਮਿਲੇ ਹਜ਼ਾਰ, ਇੱਕ ਨਗੋਰੇ ਕੇ ਸੀਸ ਪਰ ਲੱਖ ਪਾਪੀ ਕਾ ਭਾਰ। ਕਹਿੰਦੇ ਨਗੋਰਾ ਬੰਦਾ ਮੱਥੇ ਨਾ ਲੱਗੇ। ਜਿਹੜੇ ਸਾਧੂ ਜਾਣੇ ਨਾ, ਉਹ ਸਵੇਰੇ ਸਵੇਰੇ ਕਿਸੇ ਨੂੰ ਮੱਥੇ ਨਹੀਂ ਲਾਉਂਦੇ ਪਰਮਾਤਮਾ ਤੋਂ ਬਿਨਾਂ, ਕਿਸੇ ਸਤਸੰਗੀ ਨੂੰ, ਗੁਰਮੁਖ ਪਿਆਰੇ ਨੂੰ ਮੱਥੇ ਲਾਉਂਦੇ ਨੇ। ਕਹਿੰਦੇ ਨਗੋਰਾ ਨਾ ਮਿਲੇ ਪਾਪੀ ਮਿਲੇ ਹਜ਼ਾਰ। ਕਹਿੰਦੇ ਨਗੋਰਾ ਨਾ ਮਿਲ ਜੇ, ਉਹਦੇ ਨੂੰ ਹਜ਼ਾਰਾਂ ਪਾਪੀ ਮਿਲ ਜਵੇ। ਇੱਕ ਨਗੋਰੇ ਕੇ ਸੀਸ ਪਰ ਲੱਖ ਪਾਪੀ ਕਾ ਭਾਰ। ਕਹਿੰਦੇ ਜਿਹੜਾ ਨਗੋਰਾ ਬੰਦਾ ਹੈ, ਜਿਹੜਾ ਗੁਰੂ ਤੋਂ ਹੀਣਾ ਬੰਦਾ ਹੈ, ਜਿਹਨੇ ਗੁਰੂ ਨਹੀਂ ਧਾਰਨ ਕਰਿਆ, ਜਿਹਨੇ ਗੁਰੂ ਧਾਰਨ ਕਰਕੇ ਵੀ ਪਾਪ ਕਮਾਲੇ, ਗੁਰੂ ਦੀ ਅਵੱਗਿਆ ਕਰਦੀ, ਗੁਰੂ ਦਾ ਪਰਿਤਿਆਗ ਕਰਤਾ ਹੈ, ਕਹਿੰਦੇ ਉਹਨੂੰ ਤਾਂ ਫਿਰ ਕੋਈ ਉਹ ਬਖਸ਼ਿਆ ਹੀ ਨਹੀਂ ਜਾ ਸਕਦਾ। ਕਈ ਲੋਕ ਨਾ ਮੈਂ ਦੇਖਿਆ, ਗੁਰੂ ਵਾਲੇ ਬਣ ਗਏ, 30 ਦਿਨ ਸ਼ਰਾਬ ਪੀਣ ਲੱਗ ਜਾਣਗੇ, ਅੰਮ੍ਰਿਤ ਛਕਣਗੇ, 30 ਦਿਨ ਸ਼ਰਾਬ ਪੀਣ, ਗੁਰੂ ਦੇ ਸਾਹਮਣੇ ਸਹੁੰ ਖਾਏ ਆਉਣਗੇ, ਕਹਿੰਦੇ ਉਹ ਫਿਰ ਬਖਸ਼ਿਆ ਨਹੀਂ ਜਾਣਾ। ਇਸ ਕਰਕੇ ਪਿਆਰਿਓ, ਪਰਮੇਸ਼ਰ ਦੇ ਨਾਮ ਦੀ ਬਹੁਤ ਵੱਡੀ ਮਹਿਮਾ। ਤੁਸੀਂ ਸਿਮਰਨ ਕਰਿਆ ਕਰੋ, ਬੰਦਗੀ ਕਰਿਆ ਕਰੋ, ਭਜਨ ਕਰਿਆ ਕਰੋ, ਤਾਂ ਜੋ ਜਿਹੜਾ ਸਾਡਾ ਜੀਵਨ ਹੈ ਉਹ ਸਫਲ ਹੋ ਜਾਵੇ। ਜੋ ਆ ਸਮਾਗਮ ਵੀ ਕਰਾਉਣੇ ਆ, ਜੋ ਆ ਸਮਾਗਮ ਹੁੰਦੇ ਨੇ ਨਾ, ਕੋਸ਼ਿਸ਼ ਕਰੀਂਦੀ ਹੈ ਵੀ ਵੱਧ ਤੋਂ ਵੱਧ ਸਮਾਗਮ ਹੋਣ। 5 ਦਿਨਾਂ ਦਾ ਇਹ ਰੱਖਿਆ ਹੋਇਆ, 5 ਦਿਨਾਂ ਦਾ ਅਕਤੂਬਰ ਵਾਲਾ ਬਾਬਾ ਜੀ ਦੀ ਮਹਾਂਪੁਰਖਾਂ ਦੀ ਜਦੋਂ ਯਾਦ ਨਹੀਂ ਸੀ ਮਨਾਉਂਦੇ, ਉਦੋਂ ਵੀ ਕੀ ਹੁੰਦਾ ਸੀ? ਕੁਝ ਨਹੀਂ ਸੀ ਹੁੰਦਾ। ਜੇ ਮਨਾ ਲਈ ਉਹਨਾਂ ਨੂੰ ਕੀ ਫਰਕ ਹੈ? ਉਹ ਤਾਂ ਆਪਣੀ ਜੋਤ ਦੇ ਵਿੱਚ ਲੀਨ ਨੇ। ਇਹ ਸਿਰਫ ਤੇ ਸਿਰਫ ਇੱਕ ਬਹਾਨਾ ਘੜਿਆ ਜਾਂਦਾ ਹੈ ਕਿ ਅਸੀਂ ਬੈਠ ਕੇ ਸਾਧੂਆਂ ਦੇ ਬਚਨ ਸੁਣ ਕੇ ਸਾਡਾ ਕੁਝ ਜੀਵਨ ਬਦਲ ਜਾਵੇ, ਸਾਨੂੰ ਕੁਝ ਕ੍ਰਾਂਤੀ, ਸਾਡਾ ਧਨ ਸਫਲਾ ਹੋ ਜਾਵੇ, ਸਾਡਾ ਮਨ ਸਫਲਾ ਹੋ ਜਾਵੇ, ਸਾਡਾ ਤਨ ਸਫਲਾ ਹੋ ਜਾਵੇ। ਤਿੰਨੇ ਚੀਜ਼ਾਂ ਦੇ ਨਾਲ ਸਾਡਾ ਜੀਵਨ ਸਫਲ ਹੁੰਦਾ ਹੈ। ਤਨ ਪਵਿੱਤਰ ਸੇਵਾ ਕਰੇ। ਜਦੋਂ ਤੁਸੀਂ ਸੇਵਾ ਕਰਦੇ ਹੋ, ਭਾਂਡੇ ਮਾਂਜਦੇ ਹੋ, ਝਾੜੂ ਮਾਰਦੇ ਹੋ ਸੰਗਤਾਂ ਦੇ, ਕਹਿੰਦੇ ਸਾਡਾ ਤਨ ਪਵਿੱਤਰ ਹੁੰਦਾ ਹੈ ਜਦੋਂ ਹੱਥੀਂ ਸੇਵਾ ਕਰਦੇ ਹਾਂ। ਧਨ ਪਵਿੱਤਰ ਕਰਦਾਨ, ਜਿਹੜਾ ਅਸੀਂ ਧਨ ਦਿੰਨੇ ਆ, ਉਹ ਸੰਗਤਾਂ ਦੇ ਵਿੱਚ ਲੰਗਰ ਰੂਪ ਦੇ ਵਿੱਚ ਵਰਤਦਾ। ਕੋਈ ਭੁੱਖਾ ਭੋਜਨ ਸਕਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ। ਮਨ ਪਵਿੱਤਰ ਹਰੀ ਸਿਮਰਨ ਸੇ। ਕਹਿੰਦੇ ਜਦੋਂ ਤੁਸੀਂ ਐ ਸਤਸੰਗ ਦੇ ਵਿੱਚ ਜੁੜਦੇ ਹੋ, ਮਹਾਂਪੁਰਖ ਸੋਤੋਂ ਰਾਮ ਨਾਮ ਜਪਾਉਂਦੇ ਨੇ, ਮਨ ਦੇ ਵਿੱਚੋਂ ਵਕਾਰ ਨਿਕਲਦੇ ਨੇ, ਤੇ ਸਾਡਾ ਮਨ ਪਵਿੱਤਰ ਹੋ ਜਾਂਦਾ। ਇਸ ਕਰਕੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਇਹ ਸਮਾਂ ਪ੍ਰਾਪਤ ਹੋਇਆ, ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ। ਇਸ ਸਮਾਗਮ ਦਾ ਕੱਲ੍ਹ ਨੂੰ ਆਖਰੀ ਦਿਨ
ਕੱਲ੍ਹ ਨੂੰ ਸਤਿਗੁਰਾਂ ਦੀ ਬਾਣੀ ਨੂੰ ਭੋਗ ਲੱਗਣਗੇ। ਉਪਰੰਤ ਮਹਾਂਪੁਰਖ ਪ੍ਰਵਚਨ ਸੁਣਾਉਣਗੇ। ਆਪਾਂ ਨੂੰ ਸਮਾਂ ਮਿਲ ਗਿਆ, ਆਪਾਂ ਵੀ 10 ਮਿੰਟ ਲਾ ਲਾਂਗੇ। ਸੋ ਪਿਆਰਿਓ, ਸਮੇਂ ਦੇ ਨਾਲ ਕੱਲ੍ਹ ਨੂੰ ਸਾਰਿਆਂ ਨੇ ਪਹੁੰਚਣਾ। ਲਗਭਗ 10 ਵਜੇ 10:30 ਵਜੇ ਸਤਿਗੁਰਾਂ ਦੀ ਬਾਣੀ ਨੂੰ ਭੋਗ ਲੱਗਣਗੇ। ਸਾਰਿਆਂ ਨੇ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ। ਮਹਾਂਪੁਰਖਾਂ ਦੇ ਬਚਨ ਸੁਣਨੇ ਨੇ। ਤੇ ਫਿਰ 11 ਵਜੇ ਸਟੇਜ ਚਾਲੂ ਹੋ ਜੂਗੀ। ਮਹਾਂਪੁਰਖ ਆ ਕੇ ਪ੍ਰਵਚਨ ਸੁਣਾਉਣਗੇ। ਤੇ ਇੱਕ ਮੈਂ ਹੋਰ ਬੇਨਤੀ ਕਰਦਾ ਭਾਈ, ਜਿਹੜਾ ਅਗਲਾ ਸਮਾਗਮ, ਕਿਉਂਕਿ ਤੁਹਾਡੇ ਵਿੱਚੋਂ ਕਈਆਂ ਤੋਂ ਨਹੀਂ ਵੀ ਆ ਹੋਣਾ, ਜ਼ਰੂਰੀ ਨਹੀਂ ਵੀ ਸਾਰੇ ਆਉਂਗੇ, ਕਈ ਵਾਰ ਪਤਾ ਵੀ ਨਹੀਂ ਲੱਗਦਾ। ਜਿਹੜਾ ਅਗਲਾ ਸਮਾਗਮ ਅਕਤੂਬਰ ਵਾਲਾ ਆਪਾਂ ਕਰਦੇ ਹਾਂ, ਅੱਗੇ ਆਪਾਂ 5 ਦਿਨਾਂ ਦਾ ਕਰਦੇ ਹਾਂ, ਇੱਕ ਹੀ ਉਹ 25 ਦਿਨਾਂ ਦਾ ਕਰਾਂਗੇ। ਅੱਗੇ ਆਪਾਂ ਇੱਕ ਅਖੰਡ ਪਾਠ ਕਰਦੇ ਹਾਂ। ਜਿਹੜਾ ਉਹ ਸਮਾਗਮ ਆ ਉਹਦੇ ਵਿੱਚ 108 ਅਖੰਡ ਪਾਠ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨਗੇ, ਕਿਉਂਕਿ ਧੰਨ ਧੰਨ ਸਵਾਮੀ ਗੰਗਾਨੰਦ ਜੀ ਮਹਾਰਾਜ ਅਤੇ ਧੰਨ ਧੰਨ ਸਵਾਮੀ ਪੂਰਨ ਦਾਸ ਜੀ ਮਹਾਰਾਜ, ਉਹਨਾਂ ਦਾ 100 ਸਾਲਾ ਜਨਮ ਦਿਹਾੜਾ ਮਨਾਉਣਾ ਹੈ। ਉਹਦੇ ਵਿੱਚ ਆਪਾਂ 25 ਦਿਨਾਂ ਦਾ ਸਮਾਗਮ, 9-9 ਪਾਠਾਂ ਦੀ ਲੜੀ ਚੱਲੂਗੀ। ਤੇ ਰੋਜ਼ ਸਤਿਗੁਰੂ ਜੀ ਕਿਰਪਾ ਕਰਨਗੇ ਇਸੇ ਤਰ੍ਹਾਂ ਬੈਠ ਕੇ ਆਪਾਂ ਅਨੇਕਾਂ ਹੀ ਮਹਾਂਪੁਰਖਾਂ ਤੋਂ ਸਤਸੰਗ ਸਰਵਣ ਕਰਾਂਗੇ। ਇਹ ਨੋਟ ਕਰ ਲੈਣ ਸੰਗਤਾਂ। ਜਿਨ੍ਹਾਂ ਨੇ ਪਾਠ ਵੀ ਕਰਾਉਣੇ ਨੇ ਭਾਈ, ਉਹ ਵੀ ਗੁਰਵਿੰਦਰ ਦੇ ਨਾਲ ਗੱਲ ਕਰ ਲੈਣ। ਪਿਛਲੀ ਵਾਰ ਨਾ ਪਹਿਲਾਂ ਹੀ ਦੱਸ ਦਿਓ, ਫਿਰ ਬਾਅਦ ਦੇ ਵਿੱਚ ਕਈ ਮੌਕੇ 'ਤੇ ਆ ਕੇ ਕਹਿੰਦੇ ਨੇ ਪਿਛਲੀ ਵਾਰ 108 ਸੀ ਪਰ ਪਾਠ ਬਹੁਤ ਜ਼ਿਆਦਾ ਆ ਗਏ। ਫਿਰ ਕਈਆਂ ਨੂੰ ਜਵਾਬ ਦੇਣਾ ਪਿਆ, ਭਾਈ ਹੁਣ ਕਰ ਨਹੀਂ ਸਕਦੇ। ਇਸ ਕਰਕੇ ਪਹਿਲਾਂ ਹੀ ਆਪਦੇ ਨਾਂ ਲਿਖਵਾ ਦਿਓ। ਤੇ ਸਾਰਿਆਂ ਨੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਸੋ ਕੱਲ੍ਹ ਨੂੰ ਵੀ ਸਾਰਿਆਂ ਨੇ ਇਹ ਦੱਸਿਆ ਇਸ ਕਰਕੇ ਆ, ਕਈਆਂ ਨੇ ਭਾਈ ਕੋਈ ਕੰਮ ਵਾਲੇ ਆਪਦੀ ਕੰਮ ਤੋਂ ਛੁੱਟੀ ਉਹ ਨਹੀਂ ਕਰ ਸਕਦੇ, ਜਾਣਾ ਪੈਂਦਾ ਐਮਰਜੈਂਸੀ 'ਚ। ਕਈ ਵਾਰ ਫਿਰ ਪਤਾ ਨਹੀਂ ਲੱਗਦਾ। ਇਹ ਨੋਟ ਕਰ ਲੈਣ। ਹਰ ਮਹੀਨੇ ਮੱਸਿਆ, ਸੰਗਤਾਂ ਭਾਈ ਮੱਸਿਆ 'ਤੇ ਵੀ ਪਹੁੰਚਿਆ ਕਰੋ। ਤੇ ਕੱਲ੍ਹ ਨੂੰ ਵੀ ਲਾਹੇ ਲੈਣੇ ਨੇ। ਆਓ ਇੱਕ ਧਾਰਨਾ ਪੜ੍ਹ ਕੇ, ਜਿਹੜੇ ਸਾਧੂ ਨੇ ਪਿਆਰਿਓ, ਇਹ ਪਰਉਪਕਾਰੀ ਨੇ। ਤੇਰੇ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਜਿਹੜੇ ਰੱਬ ਦੇ ਪਿਆਰੇ ਨੇ, ਪਰਉਪਕਾਰੀ ਆਉਂਦੇ ਨੇ, ਜੀ ਦਾਨ ਦੇ ਕੇ ਜਿਉਣ ਦੀ ਕਲਾ ਸਿਖਾਉਂਦੇ ਨੇ ਸਾਨੂੰ। ਨਹੀਂ ਤਾਂ ਐਵੇਂ ਕੁੱਤਿਆਂ ਬਿੱਲਿਆਂ ਵਰਗਾ ਜੀਵਨ ਸਾਡਾ ਲੰਘ ਰਿਹਾ। ਕੁੱਤਿਆਂ ਬਿੱਲਿਆਂ ਵਰਗਾ। ਉਹ ਕਿਵੇਂ? ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ। ਖਾਂਦੇ ਪਸ਼ੂ ਨੇ, ਆਪਾਂ ਖਾ ਲੈਂਦੇ ਆ। ਪਸ਼ੂ ਵੀ ਖਾ ਲੈਂਦੇ ਨੇ, ਆਪਾਂ ਵੀ ਖਾ ਲੈਂਦੇ ਆ। ਪਸ਼ੂ ਵੀ ਬੱਚੇ ਪੈਦਾ ਕਰ ਲੈਂਦੇ ਨੇ, ਸੰਸਾਰ ਸਾਰਾ ਹੀ ਬੱਚੇ ਪੈਦਾ ਕਰ ਲੈਂਦਾ। ਬੱਚਿਆਂ ਨੂੰ ਸੰਸਾਰ ਵੀ ਪਾਲਦਾ, ਪਸ਼ੂ ਪਕਸ਼ੀ ਵੀ ਪਾਲ ਲੈਂਦੇ ਨੇ। ਫਿਰ ਫਰਕ ਕੀ ਹੋਇਆ? ਮਨੁੱਖਾ ਜਨਮ ਨੂੰ ਤਾਂ ਇਹ ਕਿਹਾ ਗਿਆ ਮਾਨਸ ਜਨਮ ਸਾਰਿਆਂ ਨੂੰ ਉੱਤਮ ਹੈ, ਸਾਰਿਆਂ ਨੂੰ ਸ੍ਰੇਸ਼ਟ ਹੈ। ਜੇ ਕੰਮ ਉਹਨਾਂ ਕੇ ਰਹਿ ਗਿਆ ਫਿਰ ਤਾਂ ਪਸ਼ੂਆਂ ਵਰਗੇ ਆ ਨਾ ਅਸੀਂ, ਕੋਈ ਫਰਕ ਤਾਂ ਹੋਇਆ ਨਾ। ਇਸ ਕਰਕੇ ਇਹਨੂੰ ਨਰ ਤੋਂ ਨਰੈਣ ਬਣੋ, ਪੁਰਸ਼ ਤੋਂ ਪੁਰਸ਼ੋਤਮ ਬਣੋ। ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸੋ ਪਿਆਰਿਓ, ਗੁਰੂ ਕਿਰਪਾ ਕਰਦਾ। ਆਓ ਰਹੋ ਵਿਚਾਰ। ਆਪਾਂ ਸਮਾਪਤੀ ਕਰੀਏ। ਬੋਲਦਿਆਂ ਕੋਲੋਂ ਕੋਈ ਅੱਖਰ ਵੱਧ ਘੱਟ ਬੋਲਿਆ ਜਾਂਦਾ ਹੈ। ਸਾਧ ਸੰਗਤ ਬਖਸ਼ਣ ਯੋਗ ਹੈ। ਸਾਰੀਆਂ ਭਾਈ ਜਿੰਨੀਆਂ ਵੀ ਸੰਗਤਾਂ ਸਤਿਗੁਰਾਂ ਦੇ ਦਰਬਾਰ 'ਚ ਆਈਆਂ ਨੇ, ਸਾਰਿਆਂ ਨੂੰ ਜੀ ਆਇਆ। ਹੁਣ ਇੱਕ ਧਾਰਨਾ ਪੜ੍ਹ ਕੇ ਫਿਰ ਸਮਾਪਤੀ ਕਰੀ ਜਾਊਗੀ। ਉਸ ਤੋਂ ਬਾਅਦ ਦੇ ਵਿੱਚ ਸਤਿਗੁਰਾਂ ਦੀ ਬਾਣੀ, ਅਰਦਾਸ, ਬੇਨਤੀ, ਆਰਤੀ ਹੋਊਗੀ। ਹੁਕਮਨਾਮਾ ਲੈ ਕੇ ਰੌਲਾ ਨਹੀਂ ਪਾਉਣਾ। ਜਿਵੇਂ ਅੱਗੇ ਪ੍ਰੇਮ ਦੇ ਨਾਲ, ਉਸੇ ਤਰ੍ਹਾਂ ਪ੍ਰੇਮ ਦੇ ਨਾਲ ਜਾਣਾ ਹੈ। ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲੇ ਕਰਨਾ ਹੈ। ਆਓ ਪਿਆਰਿਓ, ਸਾਰੇ ਪ੍ਰੇਮ ਦੇ ਨਾਲ, ਕੋਈ ਵੀ ਰਸਨਾ ਖਾਲੀ ਨਾ ਰਹਿ ਜਾਵੇ। ਉਹ ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਵਾਹਿਗੁਰੂ ਸਤ ਸੰਗ ਸਾਧੂਆਂ ਦਾ। ਭਾਗਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਵੱਡੇ ਭਾਗਾਂ ਨਾਲ। ਵਾਹ ਵਾਹ।
ਜੀ ਸਤ ਸੰਗ ਸਾਧੂਆਂ ਦਾ। ਪਿਆਰੇ 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 ਸਤ ਸੰਗ ਸਾਧੂਆਂ ਦਾ। ਪਿਆਰੇ ਜੀ ਸਤ ਸੰਗ ਸਾਧੂਆਂ ਦਾ। ਪਿਆਰੇ ਸਤ ਸੰਗ ਸਾਧੂਆਂ ਦਾ। ਵੱਡੇ ਭਾਗਾਂ ਨਾ ਪ੍ਰਾਪਤ ਹੋਵੇ। ਵੱਡੇ ਭਾਗਾਂ ਨਾ ਪ੍ਰਾਪਤ ਹੋਵੇ। ਵੱਡੇ ਭਾਗਾਂ ਨਾ ਪ੍ਰਾਪਤ ਹੋਵੇ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ। ਭਾਗਾਂ ਨਾ ਪ੍ਰਾਪਤ ਹੋਵੇ। ਭਾਗਾਂ ਨਾ ਪ੍ਰਾਪਤ ਹੋਵੇ। ਵੱਡੇ ਭਾਗਾਂ ਨਾਲ ਪ੍ਰਾਪਤ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ। ਵੱਡੇ ਭਾਗਾਂ ਨਾ ਪ੍ਰਾਪਤ ਹੋਵੇ। ਸਤ ਸੰਗ ਸਾਧੂਆਂ ਦਾ। ਭਾਗਾਂ ਨਾ ਪ੍ਰਾਪਤ ਹੋਵੇ। ਸਤ ਸੰਗ ਸਾਧੂਆਂ ਦਾ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ। ਸਤ ਸੰਗ ਸਾਧੂਆਂ ਦਾ। ਭਾਗਾਂ ਨਾਲ ਪ੍ਰਾਪਤ ਹੋਵੇ। ਸਤ ਸੰਗ ਸਾਧੂਆਂ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ। ਸਤ ਸੰਗ ਸਾਧੂਆਂ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ। ਸਤ ਸੰਗ ਸਾਧੂਆਂ ਦਾ। ਸੰਤੋਂ ਕੀ ਸੰਗਤ ਕਰੈ ਵਡ ਭਾਗੀ ਵਡ ਦੇਵ। ਆਪਨ ਤੋਂ ਸੰਸਾਰ ਨਹੀਂ ਔਰ ਉਤਾਰੇ ਖੇਵ। ਬੰਦੀ ਸੋਣ ਬੰਦੀ ਸੋਣ ਭਰੋਸਾ ਤੇਰਾ। ਬੰਦੀ ਸੋਣ ਭਰੋਸਾ ਤੇਰਾ। ਬੰਦੀ ਛੋੜ ਭਰੋਸਾ ਤੇਰਾ। ਬੰਦੀ ਛੋੜ ਭਰੋਸਾ ਤੇਰਾ। ਪੂਰੀ ਬਾਣੇ ਭਰੋਸਾ ਤੇਰਾ। ਪੂਰੀ ਬਾਣੇ ਭਰੋਸਾ ਤੇਰਾ। ਪੂਰੀ ਵਾਲੇ ਭਰੋਸਾ ਤੇਰਾ। ਪੂਰੀ ਵਾਲੇ ਭਰੋਸਾ ਤੇਰਾ। ਸਤਿਗੁਰ ਦੇਵ ਸਤਿਗੁਰ ਦੇਵ ਭਰੋਸਾ ਤੇਰਾ। ਸਤਿਗੁਰ ਦੇਵ ਭਰੋਸਾ ਤੇਰਾ। ਸਤਿਗੁਰ ਦੇਵ ਭਰੋਸਾ ਤੇਰਾ। ਸਤਿਗੁਰ ਦੇਵ ਭਰੋਸਾ ਤੇਰਾ। ਸਰਦਾਸ ਜੀ ਭਰੋਸਾ ਤੇਰਾ। ਸਰਦਾਸ ਜੀ ਭਰੋਸਾ ਤੇਰਾ। ਈਸ਼ਰਦਾਸ ਜੀ ਭਰੋਸਾ ਤੇਰਾ। ਈਸ਼ਰਦਾਸ ਜੀ ਭਰੋਸਾ ਤੇਰਾ। ਪੂਰਨ ਦਾਸ ਜੀ ਪੂਰਨ ਦਾਸ ਜੀ ਭਰੋਸਾ ਤੇਰਾ। 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 ਗੰਗਾਨੰਦ ਜੀ ਭਰੋਸਾ ਤੇਰਾ। ਗੰਗਾਨੰਦ ਜੀ ਭਰੋਸਾ ਤੇਰਾ। ਗੰਗਾਨੰਦ ਜੀ ਭਰੋਸਾ
भरोसा तेरा। गंगे माता भरोसा तेरा, गंगे माता भरोसा तेरा, गंगे माता भरोसा तेरा, गंगे माता भरोसा तेरा। हमरा पार लिंगायो तेरा, हमरा पार लिंगायो तेरा, मेरा पार लगायो बेड़ा, मेरा पार लगायो बेड़ा। सबका पार लिंगायो बेड़ा, सबका पार लिंगायो बेड़ा, सबका पार लगायो बेड़ा, सबका पार लगायो बेड़ा। बंदी सोड़ दयाल जी तुम लग हमरी कार, जैसे कागज जहाज को सूझते और न ठार। साथ साहे